ਅੰਮ੍ਰਿਤਸਰ ਦੇ ਵਿੱਚ ਸ਼ਿਵ ਸੈਨਾ ਟਕਸਾਲੀ ਦੇ ਪ੍ਰਧਾਨ ਸੁਧੀਰ ਸੂਰੀ ਦਾ ਗੋਲੀਆਂ ਮਾਰ ਕੇ ਕਤਲ। ਪ੍ਰਦਰਸ਼ਨ ਦੌਰਾਨ ਦਿਨ ਦਿਹਾੜੇ ਸੂਰੀ ਤੇ ਕੀਤਾ ਗਿਆ ਹਮਲਾ। ਸੁਧੀਰ ਸੂਰੀ ਨੂੰ ਹਮਲਾਵਰ ਨੇ ਨੇੜੇ ਤੋਂ ਮਾਰੀਆਂ ਗੋਲੀਆਂ। ਸੂਰੀ ਤੇ ਦਾਗੇ 5 ਫਾਇਰ। ਪੁਲਿਸ ਨੇ ਹਮਲਾਵਰ ਨੂੰ ਮੌਕੇ ਤੇ ਹੀ ਕੀਤਾ ਕਾਬੂ। ਮੁਲਜ਼ਮ ਦੀ ਗੱਡੀ ਦੇ ਵਿੱਚੋਂ ਮਿਲੀਆਂ ਕੁਝ ਨਿਊਜ਼ ਕਟਿੰਗ। ਸਿੱਖ ਧਰਮ ਵਿਰੋਧੀ ਹੋਈਆਂ ਕਾਰਵਾਈਆਂ ਦਾ ਕਟਿੰਗ ਦੇ ਵਿੱਚ ਜ਼ਿਕਰ। ਰਾਮ ਰਹੀਮ ਸਣੇ ਕੁਝ ਨਾਮੀ ਲੋਕਾਂ ਦੀਆਂ ਤਸਵੀਰਾਂ। ਸੂਰੀ ਕਤਲकांड ਤੇ ਬੋਲੇ ਡੀਜੀਪੀ ਗੌਰਵ ਯਾਦਵ। ਕਿਹਾ ਪੁਲਿਸ ਨੇ ਫੌਰਨ ਮੁਲਜ਼ਮ ਸੰਦੀਪ ਸਨੀ ਨੂੰ ਕੀਤਾ ਗ੍ਰਿਫਤਾਰ। ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਅਤੇ ਅਫਵਾਹਾਂ ਤੋਂ ਬਚਣ ਦੀ ਸਲਾਹ। ਸੁਧੀਰ ਸੂਰੀ ਤੇ ਹੋਏ ਹਮਲੇ ਤੋਂ ਬਾਅਦ ਵਿਰੋਧੀ ਧਿਰਾਂ ਨੇ ਘੇਰੀ ਸਰਕਾਰ। ਕਿਹਾ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਦੇ ਨਾਲ ਹੋਈ ਫੇਲ। ਆਮ ਆਦਮੀ ਪਾਰਟੀ ਦਾ ਜਵਾਬ। ਪੁਲਿਸ ਨੇ ਫੌਰਨ ਲਿਆ ਐਕਸ਼ਨ। ਗੰਭੀਰ ਮਸਲਿਆਂ ਦੇ ਉੱਤੇ ਨਾ ਹੋਵੇ ਸਿਆਸਤ। ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਸ਼ਿਵ ਸੈਨਾ ਟਕਸਾਲੀ ਨੇ ਪੰਜਾਬ ਬੰਦ ਦਾ ਕੀਤਾ ਐਲਾਨ। ਕੱਲ ਦੇ ਲਈ ਪੰਜਾਬ ਬੰਦ ਦਾ ਦਿੱਤਾ ਸੱਦਾ। ਅੰਮ੍ਰਿਤਸਰ ਦੇ ਵਿੱਚ ਹਸਪਤਾਲ ਦੇ ਬਾਹਰ ਲਗਾਇਆ ਧਰਨਾ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਜ਼ਿਕਰ ਉਸ ਵਾਰਦਾਤ ਦਾ ਜਿਸ ਨੇ ਪੰਜਾਬ ਨੂੰ ਇੱਕ ਵਾਰ ਮੁੜ ਤੋਂ ਸੋਚਾਂ ਦੇ ਵਿੱਚ ਪਾਇਆ ਕਿ ਪੰਜਾਬ ਦੀ ਅਮਨ ਸ਼ਾਂਤੀ ਦੇ ਖਿਲਾਫ ਕੌਣ ਸਾਜ਼ਿਸ਼ਾਂ ਘੜ ਰਿਹਾ ਹੈ। ਆਖਿਰ ਕੌਣ ਨਹੀਂ ਚਾਹੁੰਦਾ ਕਿ ਪੰਜਾਬ ਦੇ ਵਿੱਚ ਸੁਖਾਵਾਂ ਮਾਹੌਲ ਹੋਵੇ। ਆਖਿਰ ਕੌਣ ਹੈ ਜੋ ਨਹੀਂ ਚਾਹੁੰਦਾ ਕਿ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਬਹਾਲ ਰਹੇ। ਸੁਧੀਰ ਸੂਰੀ ਦਾ ਕਤਲ ਕਰ ਦਿੱਤਾ ਗਿਆ ਅੰਮ੍ਰਿਤਸਰ ਦੇ ਵਿੱਚ। ਉਸ ਕਤਲ ਤੋਂ ਬਾਅਦ ਉੱਠਦੇ ਸਵਾਲਾਂ ਦੇ ਵਿਚਾਲੇ ਜਿਸ ਸ਼ਖਸ ਦੇ ਵੱਲੋਂ ਗੋਲੀਆਂ ਮਾਰੀਆਂ ਗਈਆਂ, ਨਾਮ ਸੰਦੀਪ ਸਨੀ, ਅੰਮ੍ਰਿਤਸਰ ਦਾ ਰਹਿਣ ਵਾਲਾ। ਜਿੱਥੇ ਘਟਨਾ ਵਾਪਰੀ ਉਸ ਦੇ ਨੇੜੇ ਹੀ ਉਸ ਦੀ ਦੁਕਾਨ। ਪਰ ਇਸ ਸਭ ਦੇ ਵਿਚਾਲੇ ਕਿਉਂਕਿ ਮਾਮਲਾ ਲੱਗ ਰਿਹਾ ਹੈ ਕਿ ਦੋ ਧਿਰਾਂ ਦੇ ਵਿਚਾਲੇ ਝੜਪਦਾ ਸੀ, ਪਰ ਜਿਸ ਗੱਡੀ ਦੇ ਵਿੱਚ ਸਵਾਰ ਸੀ ਸੰਦੀਪ ਸਨੀ ਯਾਨੀ ਕਿ ਕਾਤਲ, ਉਸ ਗੱਡੀ ਦੇ ਵਿੱਚੋਂ ਕੁਝ ਦਸਤਾਵੇਜ਼ ਬਰਾਮਦ ਹੋਏ ਨੇ, ਕੁਝ ਨਿਊਜ਼ ਕਟਿੰਗਸ ਬਰਾਮਦ ਹੋਈਆਂ ਨੇ ਜੋ ਇਸ ਪੂਰੇ ਮਾਮਲੇ ਦੇ ਵਿੱਚ ਕਈ ਸਵਾਲ ਖੜੇ ਕਰ ਰਹੀਆਂ ਨੇ। ਔਰ ਇਹ ਕਟਿੰਗਸ ਕੀ ਨੇ ਉਹ ਤੁਹਾਨੂੰ ਦੱਸਾਂਗੇ। ਇਸ ਵੱਡੀ ਖਬਰ ਦੇ ਉੱਤੇ ਨਜ਼ਰ ਲਗਾਤਾਰ ਬਣੀ ਹੋਈ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਤਸਵੀਰਾਂ ਦੇ ਜ਼ਰੀਏ ਉਸ ਕਟਿੰਗ ਦੇ ਜ਼ਰੀਏ ਇੱਕ ਕਟਿੰਗ ਤੁਹਾਨੂੰ ਦਿਖਾ ਸਕੀਏ। ਮੈਂ ਸ਼ੁਰੂਆਤ ਕਰਦਾ ਇੱਕ ਵੱਡੀ ਖਬਰ ਦੇ ਨਾਲ ਜੋ ਕਿ ਇਹਨਾਂ ਨਿਊਜ਼ ਕਟਿੰਗ ਦੇ ਨਾਲ ਹੀ ਜੁੜੀ ਹੋਈ ਹੈ। ਜੀ ਹਾਂ, ਮੁਲਜ਼ਮ ਦੀ ਗੱਡੀ ਦੇ ਵਿੱਚੋਂ ਮਿਲੀਆਂ ਨੇ ਨਿਊਜ਼ ਕਟਿੰਗ। ਸਿੱਖ ਵਿਰੋਧੀ ਗਤੀਵਿਧੀਆਂ ਦਾ ਜ਼ਿਕਰ, ਸਿੱਖ ਧਰਮ ਵਿਰੋਧੀ ਹੋਈਆਂ ਗਤੀਵਿਧੀਆਂ ਦਾ ਜ਼ਿਕਰ ਇਸ ਕਟਿੰਗ ਦੇ ਵਿੱਚ ਹੈ। ਰਾਮ ਰਹੀਮ ਸਮੇਤ ਕੁਝ ਨਾਮੀ ਲੋਕਾਂ ਦੀਆਂ ਤਸਵੀਰਾਂ ਵੀ ਇਹਨਾਂ ਕਟਿੰਗਸ ਦੇ ਵਿੱਚ ਨੇ। ਕਿ ਕਿਸੇ ਵੱਡੀ ਸਾਜ਼ਿਸ਼ ਦੇ ਤਹਿਤ ਇਹ ਕਤਲ ਕੀਤਾ ਗਿਆ, ਇਹ ਸਵਾਲ ਉੱਠ ਰਹੇ ਨੇ। ਵੱਡੀ ਖਬਰ ਦੇ ਨਾਲ ਅਸੀਂ ਸ਼ੁਰੂਆਤ ਕਰ ਰਹੇ ਹਾਂ। ਫਾਈਲਾਂ ਦੇ ਵਿੱਚੋਂ ਨਿਕਲ ਰਹੇ ਨੇ ਵੱਡੇ ਸਵਾਲ। ਤਾਂ ਜੋ ਜ਼ਿਕਰ ਕੀਤਾ ਜਾ ਰਿਹਾ ਕਿ ਇੱਕ ਸਵਿਫਟ ਗੱਡੀ ਜੋ ਕਿਹਾ ਜਾ ਰਿਹਾ ਕਿ ਸੰਦੀਪ ਸਨੀ ਦੀ ਸਵਿਫਟ ਗੱਡੀ ਹੈ ਜਿਸ ਦੇ ਵਿੱਚ ਉਹ ਸਵਾਰ ਹੋ ਕੇ ਉੱਥੇ ਪਹੁੰਚਿਆ ਹੋਇਆ ਸੀ। ਹਾਲਾਂਕਿ ਮੰਦਿਰ ਦੇ ਨੇੜੇ ਹੀ ਉਸਦਾ ਘਰ ਹੈ, ਮਾਫੀ ਚਾਹੂੰਗਾ ਦੁਕਾਨ ਹੈ ਜਿੱਥੇ ਉਹ ਦੁਕਾਨ ਚਲਾਉਂਦਾ ਸੀ। ਔਰ ਲਾਇਸੈਂਸੀ ਰਿਵਾਲਵਰ ਸੀ ਉਸਦੇ ਕੋਲ ਔਰ ਲਾਇਸੈਂਸੀ ਰਿਵਾਲਵਰ ਦੇ ਨਾਲ ਹੀ ਉਸਨੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਹੈ। ਔਰ ਉਸ ਤੋਂ ਬਾਅਦ ਉਸਦੀ ਗੱਡੀ ਦੇ ਵਿੱਚ ਭੰਨਤੋੜ ਕਰ ਦਿੱਤੀ ਗਈ। ਜਿਹੜੇ ਉੱਥੇ ਲੋਕ ਮੌਜੂਦ ਸੀ ਗੁੱਸੇ ਦੇ ਵਿੱਚ ਆਏ ਕਿਉਂਕਿ ਸੂਰੀ ਦੇ ਕਤਲ ਦੀ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਗਈ। ਉਸ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਉਸ ਗੱਡੀ ਦੇ ਵਿੱਚ ਭੰਨਤੋੜ ਕੀਤੀ ਤੇ ਉੱਥੋਂ ਕੁਝ ਜਿਹੜੇ ਦਸਤਾਵੇਜ਼ ਨੇ, ਕੁਝ ਇੱਕ ਕਟਿੰਗਸ ਕਹਿ ਸਕਦੇ ਹੋ, ਫੋਟੋ ਕਾਪੀ ਕਹਿ ਸਕਦੇ ਹੋ ਤੁਸੀਂ, ਇੱਕ ਪੂਰੀ ਫਾਈਲ ਜੀ ਬਣਾਈ ਹੋਈ ਹੈ ਜੋ ਉਸ ਗੱਡੀ ਦੇ ਵਿੱਚੋਂ ਕਿਹਾ ਜਾ ਰਿਹਾ ਕਿ ਬਰਾਮਦ ਹੋਈ ਹੈ। ਹਾਲਾਂਕਿ ਪੁਲਿਸ ਖੁੱਲ ਕੇ ਇਸ ਦੇ ਬਾਰੇ ਕੁਝ ਵੀ ਬੋਲਣ ਤੋਂ ਫਿਲਹਾਲ ਬਚ ਰਹੀ ਹੈ। ਤੇ ਇਸ ਵਿਚਾਲੇ ਇੱਕ ਤਸਵੀਰ ਤੁਹਾਨੂੰ ਦਿਖਾਵਾਂਗੇ ਆਪਣੀ ਸਕਰੀਨ ਦੇ ਉੱਤੇ। ਤਾਂ ਰਿਵੈਂਜ ਕੀ ਫਾਈਲ ਉਹੀ ਇਸ਼ਾਰਾ ਕਰ ਰਹੀ ਹੈ ਕਿ ਕੋਈ ਬਦਲੇ ਦੀ ਭਾਵਨਾ ਦੇ ਨਾਲ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ। ਅਸੀਂ ਕੋਸ਼ਿਸ਼ ਕਰਾਂਗੇ ਇੱਕ ਇੱਕ ਕਰਕੇ ਤਸਵੀਰ ਤੁਹਾਡੇ ਸਾਹਮਣੇ ਰੱਖ ਸਕੀਏ ਤੇ ਉਸ ਤਸਵੀਰ ਜਿਹੜੀ ਵੱਖ-ਵੱਖ ਤਸਵੀਰਾਂ ਨੇ ਕਿਸ ਦੀ ਤਸਵੀਰ ਹੈ ਔਰ ਉਸ ਤਸਵੀਰ ਦੇ ਵਿੱਚ ਕੀ ਕੁਝ ਜ਼ਿਕਰ ਕੀਤਾ ਗਿਆ ਹੈ, ਸਾਰਾ ਕੁਝ ਤੁਹਾਡੇ ਸਾਹਮਣੇ ਅਸੀਂ ਕੋਸ਼ਿਸ਼ ਕਰਾਂਗੇ ਕਿ ਰੱਖ ਸਕੀਏ।
ਤਾਂ ਫਾਈਲ ਦੇ ਵਿੱਚ ਕੀ ਕੁਝ ਹੈ, ਫਾਈਲ ਤੁਹਾਨੂੰ ਦਿਖਾਵਾਂਗੇ, ਇੱਕ ਇੱਕ ਤਸਵੀਰ ਕਰਕੇ ਦਿਖਾਵਾਂਗੇ ਕਿ ਆਖਿਰ ਉੱਥੇ ਹੋਇਆ ਕੀ, ਉਸ ਗੱਡੀ ਦੇ ਵਿੱਚੋਂ ਜਿਹੜੇ ਦਸਤਾਵੇਜ਼ ਬਰਾਮਦ ਹੋਏ ਨੇ ਉਸ ਦੇ ਵਿੱਚ ਸੀ ਕੀ, ਜਿਹੜੀਆਂ ਤਸਵੀਰਾਂ ਨੇ, ਫੋਟੋਆਂ ਨੇ, ਉਸ ਦੇ ਵਿੱਚ ਕੀ ਹੈ, ਕਿਸ ਦੀ ਫੋਟੋ ਹੈ, ਕਿਉਂ ਫੋਟੋ ਉਸ ਦੇ ਵਿੱਚ ਹੈ, ਬਹੁਤ ਸਾਰੇ ਸਵਾਲ ਨੇ। ਸੁਧੀਰ ਸੂਰੀ ਦਾ ਕਤਲ ਕਰ ਦਿੱਤਾ ਗਿਆ, ਉਸ ਕਤਲ ਦੀਆਂ ਜਦੋਂ ਪੂਰਾ ਘਟਨਾਕ੍ਰਮ ਵਾਪਰਿਆ ਉਸ ਸਮੇਂ ਦੀਆਂ ਤਸਵੀਰਾਂ ਵੀ ਨੇ, ਗੋਲੀਆਂ ਵੱਜੀਆਂ ਸੀ ਬਿਲਕੁਲ, ਔਰ ਤਸਵੀਰਾਂ ਦੇ ਵਿੱਚ ਸਾਫ਼ ਹੈ ਕਿ ਜਦੋਂ ਗੋਲੀਆਂ ਵੱਜੀਆਂ ਤਾਂ ਉਹਨਾਂ ਦੇ ਨਾਲ ਜਿਹੜੇ ਮੌਜੂਦ ਉੱਥੇ ਲੋਕ ਸੀ ਉਹਨਾਂ ਦੇ ਵੱਲੋਂ ਸੰਭਾਲਿਆ ਗਿਆ, ਗੱਡੀ ਦੇ ਵਿੱਚ ਬਿਠਾਇਆ ਗਿਆ, ਹਸਪਤਾਲ ਲਿਜਾਇਆ ਗਿਆ, ਪਰ ਉਸ ਵੇਲੇ ਤੱਕ ਬਹੁਤ ਦੇਰ ਹੋ ਚੁੱਕੀ ਸੀ। ਸੁਧੀਰ ਸੂਰੀ ਦਾ ਕਤਲ ਜੋ ਕੀਤਾ ਗਿਆ, ਉਸ ਸਮੇਂ ਕਤਲ ਦੀਆਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ। ਸੁਧੀਰ ਸੂਰੀ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਤਸਵੀਰਾਂ ਦੇ ਵਿੱਚ, ਗੋਲੀਆਂ ਮਾਰਨ ਤੋਂ ਬਾਅਦ ਜਿਹੜਾ ਉਸ ਨੂੰ ਸੰਭਾਲਿਆ ਜਾ ਰਿਹਾ ਉੱਥੋਂ ਉਸ ਤੋਂ ਲੈ ਕੇ ਗਿਆ। ਪਰ ਮੈਂ ਫਾਈਲਾਂ ਦਾ ਜ਼ਿਕਰ ਕਰਾਂਗੇ ਇਸ ਬੁਲੇਟਿਨ ਦੇ ਵਿੱਚ, ਖਾਸ ਤੌਰ ਤੇ ਉਹਨਾਂ ਕਟਿੰਗਸ ਦਾ ਅਸੀਂ ਜ਼ਿਕਰ ਕਰਾਂਗੇ ਜਿਸ ਕਟਿੰਗ ਦਾ ਇਸ ਸਮੇਂ ਜ਼ਿਕਰ ਹੋ ਰਿਹਾ ਹੈ। ਤਾਂ ਸ਼ੁਰੂਆਤ ਕਰਦੇ ਹਾਂ ਇੱਕ ਇੱਕ ਤਸਵੀਰ ਤੋਂ। ਪਹਿਲੀ ਤਸਵੀਰ ਜਿਹੜੀ ਸਾਹਮਣੇ ਆਈ ਹੈ ਔਰ ਇਸ ਦੇ ਵਿੱਚ ਜ਼ਿਕਰ ਕਿਸ ਦਾ ਕੀਤਾ ਗਿਆ, ਬੰਦੀ ਸਿੰਘਾਂ ਦਾ ਜ਼ਿਕਰ ਹੈ, ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਜ਼ਿਕਰ ਹੈ, ਇਸ ਦੇ ਨਾਲ ਨਾਲ MS ਬਿੱਟਾ ਦਾ ਜ਼ਿਕਰ ਹੈ, ਇਸ ਦੇ ਵਿੱਚ ਜ਼ਿਕਰ ਬਿਆਨ ਸਿੰਘ ਦਾ ਹੈ, ਮਰਹੂਮ ਮੁੱਖ ਮੰਤਰੀ ਨੇ ਪੰਜਾਬ ਦੇ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ 1995 ਦੇ ਵਿੱਚ, ਉਹਨਾਂ ਦੀਆਂ ਤਸਵੀਰਾਂ ਨੇ। ਹਰੀਸ਼ ਸਿੰਗਲਾ ਦੀ ਤਸਵੀਰ ਹੈ। ਹਰੀਸ਼ ਸਿੰਗਲਾ ਕੌਣ ਹੈ? ਹਰੀਸ਼ ਸਿੰਗਲਾ ਜੋ ਪਟਿਆਲਾ ਦੇ ਵਿੱਚ ਕਾਲੀ ਮਾਤਾ ਮੰਦਿਰ ਦੇ ਬਾਹਰ ਇੱਕ ਪੂਰਾ ਵਿਵਾਦ ਹੁੰਦਾ ਹੈ, ਉਸ ਦੇ ਵਿੱਚ ਹਰੀਸ਼ ਸਿੰਗਲਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇੱਕ ਇੱਕ ਕਰਕੇ ਤਸਵੀਰ ਤੁਹਾਡੇ ਸਾਹਮਣੇ ਆਏਗੀ, ਅਸੀਂ ਤੁਹਾਡੇ ਸਾਹਮਣੇ ਰੱਖਾਂਗੇ ਔਰ ਇਹਨਾਂ ਤਸਵੀਰਾਂ ਦੇ ਜ਼ਰੀਏ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਇਹ ਕੀ ਕੁਝ ਹੋਇਆ ਹੈ, ਤਸਵੀਰਾਂ ਦੇ ਵਿੱਚ ਕੀ ਕੁਝ ਹੈ। ਤਾਂ ਪਹਿਲੀ ਤਸਵੀਰ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ 4 ਕਟਿੰਗ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ। ਇਹਨਾਂ ਕਟਿੰਗਸ ਦੇ ਵਿੱਚ ਜਿਹੜੀਆਂ ਸਿੱਖ ਧਰਮ ਵਿਰੋਧੀ ਕੁਝ ਜਿਹੜੀਆਂ ਐਕਟੀਵਿਟੀਜ਼ ਦਾ ਉਸ ਦਾ ਜ਼ਿਕਰ ਕੀਤਾ ਗਿਆ ਔਰ ਵੱਖ-ਵੱਖ ਜਿਹੜੇ ਆਮ ਤੌਰ ਤੇ ਕੋਈ YouTube ਚੈਨਲ ਹੈ ਜਾਂ ਫਿਰ ਕੋਈ ਅਖਬਾਰ ਦੀਆਂ ਕਟਿੰਗਸ ਨੇ ਉਹਨਾਂ ਦਾ ਪ੍ਰਿੰਟ ਆਊਟ ਲੈ ਕੇ ਫਿਰ ਇੱਕ ਫੋਟੋ ਕਾਪੀ ਕਰਵਾ ਕੇ ਰੱਖੀ ਗਈ ਹੈ। ਤਾਂ ਉਸ ਸਮੇਂ ਉਸ ਦੀਆਂ ਇਹ ਤਸਵੀਰਾਂ ਦਿਖਾ ਰਹੇ ਹਾਂ। ਇਸ ਦੇ ਵਿੱਚ ਜ਼ਿਕਰ FIR ਦਾ, ਇਸ ਦੇ ਵਿੱਚ ਜ਼ਿਕਰ ਹੈ ਕਿ ਆਖਿਰ ਕਿਉਂ ਜਿਹੜਾ ਬੰਦੀ ਸਿੰਘਾਂ ਨੂੰ ਨਹੀਂ ਛੱਡਿਆ ਜਾ ਰਿਹਾ ਤੇ ਦੂਜੇ ਪਾਸੇ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦਿੱਤੀ ਜਾ ਰਹੀ ਹੈ। ਤਾਂ ਇਹ ਤਸਵੀਰ ਇੱਥੇ ਬਿੱਟਾ ਨਜ਼ਰ ਆ ਰਹੇ ਨੇ, MS ਬਿੱਟਾ ਤਸਵੀਰ ਦੇ ਵਿੱਚ, ਔਰ ਕੁਝ ਇਸ ਤਰੀਕੇ ਦੀਆਂ ਹੀ ਅਗਲੀਆਂ ਤਸਵੀਰਾਂ ਵੀ ਹੈਗੀਆਂ ਨੇ। ਤਾਂ ਇੱਕ ਇੱਕ ਕਰਕੇ ਤਸਵੀਰਾਂ ਆ ਰਹੀਆਂ ਨੇ ਜਿਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਵੱਖ-ਵੱਖ ਕਿਤਾਬਾਂ ਦੇਖਣ ਦੇ ਕੇਸ ਦੇ ਵਿੱਚ ਜੇਲ੍ਹ ਅੰਦਰ ਬੰਦ ਸਿੱਖ ਉਸ ਦਾ ਜ਼ਿਕਰ ਹੋ ਰਿਹਾ ਹੈ ਔਰ ਉਸ ਤੋਂ ਬਾਅਦ ਪੰਜਾਬ ਦੇ ਸਿੱਖ ਮੁੱਦਿਆਂ ਦੀ ਆਵਾਜ਼ ਚੁੱਕਣ ਵਾਲੇ ਸ਼ਖਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਜਾਂ ਉਸ ਦੇ ਉੱਤੇ ਕੋਈ ਕਾਰਵਾਈ ਕੀਤੀ ਹੋਣੀ ਹੈ, ਉਸ ਦਾ ਜ਼ਿਕਰ ਹੈ। ਬਿਆਨ ਸਿੰਘ ਦੇ ਸ਼ਰਧਾਂਜਲੀ ਸਮਾਗਮ ਦੇ ਉੱਤੇ ਰਾਗੀ ਜਥਾ, ਉਸ ਦਾ ਜ਼ਿਕਰ ਹੈ ਜਿਹੜਾ 31 ਅਗਸਤ ਨੂੰ ਆਉਂਦਾ ਹੈ ਜਿਸ ਦਿਨ ਅਸੈਸੀਨੇਸ਼ਨ ਹੋਇਆ ਸੀ ਬਿਆਨ ਸਿੰਘ ਦਾ, ਉਸ ਦਾ ਜ਼ਿਕਰ ਹੈ। ਤੇ ਇੱਕ ਤਸਵੀਰ ਇਹ ਵੀ ਨਜ਼ਰ ਆ ਰਹੀ ਹੈ, ਕਿਸੇ ਪਾਸਟਰ ਦੀ ਤਸਵੀਰ ਹੈ, ਈਸਾਈ ਭਾਈਚਾਰੇ ਦੇ ਨਾਲ ਜੁੜੀ ਹੋਈ, ਉਸ ਦੀ ਤਸਵੀਰ ਦੇ ਉੱਤੇ ਇੱਕ ਕ੍ਰਾਸ ਲਗਾਇਆ ਗਿਆ ਹੈ। ਜੀ ਹਾਂ, ਉਹਨਾਂ ਦੀ ਤਸਵੀਰ ਦੇ ਉੱਤੇ ਕ੍ਰਾਸ ਲਗਾਇਆ ਗਿਆ ਹੈ ਔਰ ਕੁਝ ਬੰਦੀ ਸਿੰਘਾਂ ਦੀਆਂ ਤਸਵੀਰਾਂ ਵੀ ਤੁਹਾਨੂੰ ਇਸ ਦੇ ਵਿੱਚ ਨਜ਼ਰ ਆ ਰਹੀਆਂ ਹੋਣਗੀਆਂ ਜੋ ਹਰੀਸ਼ ਸਿੰਗਲਾ ਦੀ ਤਸਵੀਰ ਦਾ ਮੈਂ ਪਹਿਲਾਂ ਹੀ ਜ਼ਿਕਰ ਕਰ ਰਿਹਾ ਸੀ। ਤੇ ਇਹ ਤਸਵੀਰਾਂ ਦਾ ਲਗਾਤਾਰ ਅਸੀਂ ਜ਼ਿਕਰ ਕਰ ਰਹੇ ਹਾਂ ਔਰ ਇਹ ਦੱਸਣ ਦੇ ਲਈ ਕਾਫੀ ਨੇ ਕਿ ਇਹਨਾਂ ਤਸਵੀਰਾਂ ਦੇ ਜ਼ਰੀਏ ਕਿਤੇ ਨਾ ਕਿਤੇ ਜਾਂ ਤਾਂ ਉਸ ਪੂਰੇ ਲਿਟਰੇਚਰ ਨੂੰ ਪੜ੍ਹਨ ਦੀ ਕੋਸ਼ਿਸ਼ ਹੋ ਰਹੀ ਸੀ ਜਾਂ ਫਿਰ ਇਹਨਾਂ ਤਸਵੀਰਾਂ ਦੇ ਜ਼ਰੀਏ ਇਹ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਆਖਿਰ ਪ੍ਰਭਾਵਿਤ ਸੀ ਜਾਂ ਫਿਰ ਪ੍ਰਭਾਵਿਤ ਇਹਨਾਂ ਤਸਵੀਰਾਂ ਨੂੰ ਜਾਂ ਕਟਿੰਗਸ ਨੂੰ ਲੈ ਕੇ ਸੀ, ਇਸ ਕਰਕੇ ਇਹ ਇਕੱਠੀਆਂ ਕੀਤੀਆਂ ਜਾ ਰਹੀਆਂ ਸਨ। ਤਾਂ ਇਹ ਵੱਡਾ ਸਵਾਲ ਜ਼ਰੂਰ ਕਿ ਆਖਿਰ ਇਹਨਾਂ ਤਸਵੀਰਾਂ ਦੇ ਜ਼ਰੀਏ ਕਿਉਂ ਇਕੱਠੀਆਂ ਕੀਤੀਆਂ ਗਈਆਂ। ਸਿੱਧਾ ਰੁਕ ਕਰਦੇ ਹਾਂ, ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ, ਰਾਜੀਵ ਸ਼ਰਮਾ ਅੰਮ੍ਰਿਤਸਰ ਤੋਂ, ਉਹਨਾਂ ਦਾ ਰੁਕ ਕਰਾਂਗੇ। ਰਾਜੀਵ, ਅਸੀਂ ਫਾਈਲ ਦਾ ਜ਼ਿਕਰ ਕਰ ਰਹੇ ਹਾਂ, ਤਸਵੀਰਾਂ ਦਾ ਜ਼ਿਕਰ ਕਰ ਰਹੇ ਹਾਂ, ਕੀ ਕੁਝ ਨਿਕਲ ਕੇ ਸਾਹਮਣੇ ਆਇਆ ਹੈ? ਖਾਸ ਤੌਰ ਤੇ ਜਾਣਨਾ ਚਾਹੁੰਦੇ ਹਾਂ ਕਿ ਤਸਵੀਰਾਂ ਜਿਨ੍ਹਾਂ ਦੇ ਉੱਤੇ ਕ੍ਰਾਸ ਕੀਤਾ ਗਿਆ ਸੀ ਉਹ ਕਿਸ ਦੀਆਂ ਤਸਵੀਰਾਂ ਸੀ, ਕਿ ਸਾਫ਼ ਹੋ ਸਕਿਆ? जी बिल्कुल, ये जड़ियां तस्वीरां सी क्योंकि फोटो कापियां बहुत वड्डी तादाद दे विच सी और सब तो वड्डी गल कि पुलिस दे अधिकारी भी मौके ते मौजूद सी और ये सारियां जड़ियां फोटो कापीज़ ने ये उसे गड्डी दे विचों ही जड़ियां बरामद हुई और कुछ जड़े मीडिया कर्मी सी उन्होंने जदों इसके उपर नज़र गई तो इसनूं देखण दी कोशिश की। हालांकि बाद दे विच पुलिस दे जड़े अधिकारी मौके ते मौजूद सी पहुंचते हैं, उस तो बाद ये सारे जिन्ने भी कागजात ने इसनूं कब्जे दे विच ले लिया जांदा। पर इस दे विच किते ना किते उस शख्स की जिहड़ी विचारधारा है उस दे बारे जरूर पता लगदा कि जेकर ये उस वल्लों ही रखियां गईयां ने और जिस तरीके दे नाल क्योंकि हर शख्स
ਜਿਸ ਦਾ ਕਿਸੇ ਚੀਜ਼ ਦੇ ਵਿੱਚ ਵੀ ਇੰਟਰਸਟ ਹੁੰਦਾ ਤਾਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਪੜ੍ਹਦਾ ਹੈ, ਉਸ ਤਰੀਕੇ ਦੀ ਕਲੈਕਸ਼ਨ ਕਰਦਾ। ਤਾਂ ਇਸ ਤਰੀਕੇ ਦੇ ਨਾਲ ਇਹ ਲੱਗ ਰਿਹਾ, ਹਾਲਾਂਕਿ ਇਨਵੈਸਟੀਗੇਸ਼ਨ ਦੇ ਵਿੱਚ ਸਮਝ ਆਏਗੀ ਕਿ ਇਹ ਜਿਹੜੀ ਗੱਡੀ ਹੈ ਇਹ ਵੀ ਇਸੇ ਦੇ ਨਾਮ ਤੇ ਸੀ ਔਰ ਜਿਹੜਾ ਵਿੱਚੋਂ ਸਮੱਗਰੀ ਮਿਲੀ ਹੈ ਕਿ ਇਹ ਸਭ ਕੁਝ ਇਸ ਨੇ ਹੀ ਰੱਖਿਆ ਸੀ। ਪਰ ਉਸ ਦੇ ਵਿੱਚ ਜਿਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ ਤਰ੍ਹਾਂ ਕ੍ਰਾਸ ਦੇ ਨਿਸ਼ਾਨ ਦਾ ਮੈਂ ਜ਼ਿਕਰ ਪਹਿਲਾਂ ਵੀ ਕਰ ਰਿਹਾ ਸੀ, ਤਾਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਐਸੀ ਜਥੇਬੰਦੀ ਦੇ ਨਾਲ, ਐਸੇ ਕਿਸੇ ਧੜੇ ਦੇ ਨਾਲ ਜ਼ਰੂਰ ਇਸ ਦਾ ਸੰਬੰਧ ਹੋਏਗਾ, ਜਿਸ ਨੂੰ ਆਮ ਤੌਰ ਤੇ ਅਸੀਂ ਗਰਮ ਖਿਆਲੀ ਕਹਿ ਦਿੰਦੇ ਹਾਂ। ਤਾਂ ਇਸ ਤਰੀਕੇ ਦੇ ਜਿਹੜੇ ਗਰਮ ਖਿਆਲ ਰੱਖਣ ਵਾਲੇ, ਹਾਲਾਂਕਿ ਜੇਕਰ ਅਸੀਂ ਸੁਧੀਰ ਸੂਰੀ ਦੀ ਵੀ ਗੱਲ ਕਰੀਏ ਤਾਂ ਉਹ ਵੀ ਇੱਕ ਹਿੰਦੂ ਨੇਤਾ, ਗਰਮ ਖਿਆਲੀ ਹਿੰਦੂ ਨੇਤਾ ਸੀ। ਉਹ ਵੀ ਸਿੱਧੇ ਤੌਰ ਤੇ ਜਿਹੜਾ ਉਹਨਾਂ ਦੀ ਬਿਆਨਬਾਜ਼ੀ ਸੀ ਉਸ ਦੇ ਵਿੱਚ ਝਲਕਦਾ ਸੀ ਕਿ ਜਿਸ ਤਰੀਕੇ ਦੇ ਨਾਲ ਉਹ ਬੇਬਾਕੀ ਦੇ ਨਾਲ ਆਪਣੀ ਗੱਲ ਰੱਖਦੇ ਸੀ। ਹਾਲਾਂਕਿ ਬਹੁਤ ਸਾਰੀਆਂ ਜਥੇਬੰਦੀਆਂ ਨੂੰ ਉਹਨਾਂ ਦੀ ਬਿਆਨਬਾਜ਼ੀ ਦੇ ਉੱਪਰ ਇਤਰਾਜ਼ ਵੀ ਸੀ ਔਰ ਇਸੇ ਕਰਕੇ ਹੀ ਸੁਧੀਰ ਸੂਰੀ ਨੂੰ ਇਹ ਕਿਤੇ ਨਾ ਕਿਤੇ ਖਦਸ਼ਾ ਰਹਿੰਦਾ ਸੀ ਕਿ ਉਹਨਾਂ ਨੂੰ ਟਾਰਗੇਟ ਕੀਤਾ ਜਾ ਸਕਦਾ ਹੈ। ਕਈ ਵਾਰ ਪੁਲਿਸ ਨੂੰ ਉਹਨਾਂ ਵੱਲੋਂ ਸ਼ਿਕਾਇਤਾਂ ਵੀ ਦਿੱਤੀਆਂ ਜਾ ਸਕਦੀਆਂ ਨੇ ਔਰ ਇੱਥੋਂ ਤੱਕ ਕਿ ਸੁਧੀਰ ਸੂਰੀ ਇਸ ਬਿਆਨਬਾਜ਼ੀ ਕਰਕੇ ਜੇਲ੍ਹ ਵੀ ਜਾ ਚੁੱਕੇ ਨੇ। ਹਾਲਾਂਕਿ ਉਹ ਸਾਰਾ ਕੁਝ ਮੀਡੀਆ ਦੇ ਵਿੱਚ ਹੁਣ ਤੱਕ ਆ ਚੁੱਕਿਆ। ਤਾਂ ਇਸ ਚੀਜ਼ ਨੂੰ ਲੈ ਕੇ ਜਿਹੜੀਆਂ ਹਿੰਦੂ ਜਥੇਬੰਦੀਆਂ ਨੇ ਜਾਂ ਉਹਨਾਂ ਦੇ ਜਿਹੜੇ ਸਮਰਥਕ ਨੇ ਉਹ ਕਿਤੇ ਨਾ ਕਿਤੇ ਨਾਰਾਜ਼ ਜ਼ਰੂਰ ਨੇ ਕਿ ਉਹਨਾਂ ਨੂੰ ਇਸੇ ਕਰਕੇ ਹੀ ਟਾਰਗੇਟ ਕੀਤਾ ਗਿਆ। ਤਾਂ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਜਿਹੜੇ ਲੀਡਰ ਨੇ ਉਹ ਵੀ ਇੱਥੇ ਸਵੇਰ ਤੋਂ ਹੀ ਪਹੁੰਚ ਰਹੇ ਨੇ। ਹੁਣ ਵੀ ਮੇਰੇ ਨਾਲ ਮੌਜੂਦ ਨੇ। ਬਬਲੂ ਜੀ, ਤੁਸੀਂ ਇੱਥੇ ਪਹੁੰਚੇ ਹੋ, ਇਸ ਪੂਰੀ ਘਟਨਾਕ੍ਰਮ ਨੂੰ ਤੁਸੀਂ ਇੱਕ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਇੱਕ ਹਿੰਦੂ ਲੀਡਰ ਦੇ ਸਮਰਥਕ ਵਜੋਂ ਕਿੱਦਾਂ ਦੇਖਦੇ ਹੋ? ਸਰ ਦੇਖੋ, ਇੱਕ ਤਾਂ ਸਭ ਤੋਂ ਪਹਿਲਾਂ ਮਨਭਾਗੀ ਘਟਨਾ ਕਿ ਜਿਹੜੀ ਗੋਲੀ ਵੱਜਣੀ, ਇੱਥੇ ਸਭ ਨਾਲ ਲੈ ਕੇ ਕਿਹੜੀ ਹੈ ਪੁਲਿਸ ਪ੍ਰਸ਼ਾਸਨ ਦੀ ਹੈ। ਪੁਲਿਸ ਪ੍ਰਸ਼ਾਸਨ ਸਾਹਮਣੇ ਖੜਾ ਵਾ ਤੇ ਬੰਦਾ ਗੋਲੀ ਮਾਰ ਜੇ, 18 ਗਨਮੈਨ ਹੋਣ, ਬੰਦਾ ਗੋਲੀ ਮਾਰ ਜੇ। ਇਸ ਕਰਕੇ ਮੈਂ ਕਹਿੰਦਾ ਪਿਆ ਸਭ ਤੋਂ ਪਹਿਲਾਂ ਇੱਥੋਂ ਸੀਪੀ ਡਿਸਮਿਸ ਹੋਣਾ ਚਾਹੀਦਾ, ਸਸਪੈਂਡ ਡਿਸਮਿਸ ਹੋਣਾ ਚਾਹੀਦਾ ਵਾ। ਇਹ ਗੱਲ ਤੁਹਾਡੇ ਜਿਹੜੇ ਵਿਧਾਇਕ ਨੇ ਮੌਜੂਦਾ ਉਹ ਵੀ ਗੱਲ ਕਹਿ ਚੁੱਕੇ, ਕਾਰਨ ਕੀ ਹੈ ਸਰਕਾਰ ਵੀ ਤੁਹਾਡੀ ਉਸ ਵਿਧਾਇਕ ਨੂੰ ਪਤਾ ਸੀ ਕਿ ਕਰਪਟ ਅਫਸਰ ਹੈਗਾ ਏ, ਉਸ ਵਿਧਾਇਕ ਨੂੰ ਪਤਾ ਸੀ। ਅੱਜ ਤੋਂ 6 ਮਹੀਨੇ ਪਹਿਲੇ ਕਹਿਤਾ ਕਿ ਬੰਦਾ ਗਲਤ ਹੈਗਾ ਏ, ਲੇਕਿਨ ਫਿਰ ਵੀ ਚਲੋ ਆ ਦੇਰ ਹੈ ਦਰੁਸਤ ਹੈ, ਲੇਕਿਨ ਕੱਲ ਤੋਂ ਇਹਨੂੰ ਡਿਸਮਿਸ ਕਰਨਾ ਪੈਂਦਾ ਵਾ ਕਿਉਂਕਿ ਇੰਨੇ ਬੰਦਿਆਂ 'ਚ ਗੋਲੀ ਵੱਜੇ। ਉਹ ਐਸਐਚਓ ਨੂੰ ਡਿਸਮਿਸ ਕਰੋ, ਡਿਪਟੀ ਨੂੰ ਸਸਪੈਂਡ ਕਰੋ। ਆਦਮੀ ਪਾਰਟੀ ਦੇ ਲੀਡਰ ਇਸ ਚੀਜ਼ ਦੀ ਮੰਗ ਕਰਨਗੇ ਸਰਕਾਰ ਤੋਂ? ਸਰ ਕਿਉਂ ਨਹੀਂ ਕਰਾਂਗੇ? ਜਿੱਥੇ ਗਲਤ ਹੈ ਜਦੋਂ ਆਪਾਂ 5 ਸਾਲ ਪਹਿਲਾਂ ਬੋਲਦੇ ਰਹੇ ਗਲਤ ਦੇ ਖਿਲਾਫ, ਤੇ ਹੁਣ ਗਲਤ ਦੇ ਖਿਲਾਫ ਨਾ ਬੋਲਾਂਗੇ। ਜਿਹੜਾ ਗਲਤ ਹੈ ਗਲਤ ਹੈ। ਇਹ ਬਿਲਕੁਲ ਸੀਪੀ ਕਰਪਟ ਬੰਦਾ ਵਾ। ਸੀਪੀ ਨੇ ਸਾਰੇ ਸ਼ਹਿਰ ਦਾ ਮਾਹੌਲ ਖਰਾਬ ਕੀਤਾ ਜੀ। ਸੀਪੀ ਨੇ 2 ਦਿਨ ਪਹਿਲਾਂ ਹੀ ਕਹਿਤਾ ਸੀ ਕਿ ਸ਼ਹਿਰ 'ਚ ਗੋਲੀਆਂ ਚੱਲਣੀਆਂ ਜੇ, ਬੰਬ ਚੱਲਣੇ ਜੇ। ਉਹ ਜਦੋਂ ਟ੍ਰਾਇਲ ਕਰਨੇ ਫਲੋਰ ਜਾ ਕਰਦੇ, ਲੋਕਾਂ ਨੂੰ ਜਾ ਕੇ ਕੈਂਪ ਲਾਉਂਦੇ, ਛੋਟੇ ਮਹੱਲਿਆਂ ਵਿੱਚ ਜਾ ਕੇ ਕੈਂਪ ਲਾਉਂਦੇ, ਤੁਸੀਂ ਕਿਸ ਤਰ੍ਹਾਂ ਬਚਾ ਕਰਨਾ? ਸਾਰੇ ਸ਼ਹਿਰ ਦਾ ਮਾਹੌਲ ਖਰਾਬ ਕੀਤਾ। ਜਿਹੜੇ ਬੱਚੇ ਵਿਚਾਰੇ, ਜਿਹੜੇ ਬੰਦੇ ਥੋੜੇ ਅਨਪੜ੍ਹ ਸੀ, ਉਹਨਾਂ ਡਰਦੇ ਆਪਣੇ ਬੱਚੇ ਸਕੂਲ ਭੇਜੇ। ਕਈ ਵਿਚਾਰੇ ਕਾਰਖਾਨੇ ਕੰਮ ਕਰਨ ਨਹੀਂ ਗਏ। ਬਿਲਕੁਲ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ, ਜਿਸ ਚੀਜ਼ ਦਾ ਇਹ ਜ਼ਿਕਰ ਕਰ ਰਹੇ ਨੇ, ਤਾਂ ਕੱਲ ਯਾਨੀ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਮੌਕ ਡਰਿਲ ਕੀਤੀ ਗਈ। ਐਨਐਸਜੀ ਕਮਾਂਡੋਜ਼ ਦੇ ਨਾਲ ਮਿਲ ਕੇ ਪੰਜਾਬ ਪੁਲਿਸ ਵੱਲੋਂ ਇਹ ਮੌਕ ਡਰਿਲ ਕੀਤੀ ਗਈ ਸੀ ਔਰ ਪਰਸੋਂ ਇੱਕ ਬਿਆਨ ਜਾਰੀ ਕੀਤਾ ਜਾਂਦਾ ਹੈ ਪੁਲਿਸ ਕਮਿਸ਼ਨਰ ਵੱਲੋਂ ਕਿ ਅੰਮ੍ਰਿਤਸਰ ਦੇ ਵਿੱਚ ਭਲਕੇ, ਯਾਨੀ ਕਿ ਇਹ ਪਰਸੋਂ ਇਹ ਬਿਆਨ ਜਾਰੀ ਹੋਇਆ ਸੀ ਕਿ ਅੰਮ੍ਰਿਤਸਰ ਦੇ ਵਿੱਚ ਕੱਲ ਗੋਲੀਆਂ ਤੇ ਬੰਬ ਚੱਲਣਗੇ। ਤਾਂ ਇਹ ਸਰਕਾਰੀ ਤੌਰ ਤੇ ਇਸ ਬਿਆਨ ਨੂੰ ਜਾਰੀ ਕੀਤਾ ਗਿਆ। ਮੀਡੀਆ ਦੇ ਵਿੱਚ ਇਹ ਬਿਆਨ ਛਪਿਆ ਵੀ, ਹਾਲਾਂਕਿ ਹੇਠਾਂ ਉਸ ਦੇ ਬਾਰੇ ਵਿਸਤਾਰ ਜ਼ਰੂਰ ਦਿੱਤੀ ਗਈ ਸੀ ਕਿ ਅਸੀਂ ਇੱਕ ਮੌਕ ਡਰਿਲ ਕਰਨੀ ਹੈ। ਉਸ ਦੇ ਵਿੱਚ ਮੀਡੀਆ ਨੂੰ ਵੀ ਦੂਰੀ ਬਣਾਉਣ ਦੀ ਗੱਲ ਕਹੀ ਗਈ ਸੀ ਔਰ ਕੱਲ ਇੱਥੇ ਇੱਕ ਮੌਕ ਡਰਿਲ ਕੀਤੀ ਜਾਂਦੀ ਹੈ, ਉਸ ਤੋਂ ਅਗਲੇ ਦਿਨ ਇਹ ਘਟਨਾ ਵਾਪਰ ਜਾਂਦੀ ਹੈ। ਤਾਂ ਕਿਤੇ ਨਾ ਕਿਤੇ ਲੋਕ ਜ਼ਰੂਰ ਅਸੀਂ ਕਹਿ ਸਕਦੇ ਕਿ ਇਸ ਚੀਜ਼ ਨੂੰ ਲੈ ਕੇ ਦਹਿਸ਼ਤ ਦੇ ਵਿੱਚ ਨੇ, ਕਿਤੇ ਨਾ ਕਿਤੇ ਖੁਦ ਨੂੰ ਜਿਹੜੇ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ। ਤਾਂ ਇੱਕ ਹੋਰ ਮੈਂ ਚੀਜ਼ ਦੱਸਣੀ ਚਾਹੁੰਦਾ ਕਿ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਡੇਰਾ ਬਿਆਸ ਦੇ ਵਿੱਚ ਪਹੁੰਚ ਰਹੇ ਨੇ। ਉਹਨਾਂ ਦੀ ਇਸ ਫੇਰੀ ਤੋਂ ਠੀਕ ਪਹਿਲਾਂ ਪੰਜਾਬ ਦੇ ਵਿੱਚ ਇੱਕ ਵੱਡੀ ਘਟਨਾ ਵਾਪਰਦੀ ਹੈ ਤੇ ਲਾਜ਼ਮੀ ਤੌਰ ਤੇ ਵਿਰੋਧੀ ਧਿਰਾਂ ਤਾਂ ਜ਼ਰੂਰ ਇਸ ਘਟਨਾ ਨੂੰ ਲੈ ਕੇ ਸਰਕਾਰ ਤੇ ਸਵਾਲ ਚੁੱਕਣਗੀਆਂ। ਪਰ ਜੇਕਰ ਮੈਂ ਸਥਾਨਕ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਵੀ ਗੱਲ ਕਰਾਂ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਮੌਜੂਦਾ ਵਿਧਾਇਕ ਨੇ, ਜਿਨ੍ਹਾਂ ਦਾ ਖੁਦ ਦਾ ਇੱਕ ਪੁਲਿਸ ਦੇ ਵਿੱਚ ਵੱਡਾ ਤਜਰਬਾ ਹੈ, ਤਾਂ ਉਹਨਾਂ ਨੇ ਵੀ ਸਿੱਧੇ ਤੌਰ ਤੇ ਸਵਾਲ ਖੜਾ ਕੀਤਾ ਔਰ ਹੁਣ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਨੇ ਉਹ ਵੀ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਕਿ ਪੁਲਿਸ ਕਮਿਸ਼ਨਰ ਵੱਲੋਂ ਜਦੋਂ ਤੋਂ ਉਹ ਇਸੇ ਤੈਨਾਤ ਹੋਏ ਨੇ ਤਾਂ ਕਿਤੇ ਨਾ ਕਿਤੇ ਕਾਨੂੰਨ ਵਿਵਸਥਾ ਵਿਗੜਦੀ ਹੋਈ ਨਜ਼ਰ ਆ ਰਹੀ ਹੈ। ਔਰ ਪੁਲਿਸ ਕਮਿਸ਼ਨਰ ਨੂੰ ਜਦੋਂ ਵੀ ਇਹ ਸਵਾਲ ਕੀਤਾ ਜਾਂਦਾ ਤਾਂ ਉਹ ਇਹ ਗੱਲ ਕਹਿੰਦੇ ਨੇ ਕਿ ਕ੍ਰਾਈਮ ਵਧਿਆ ਨਹੀਂ ਹੈ, ਅਸੀਂ ਕ੍ਰਾਈਮ ਤੇ ਕਾਬੂ ਪਾਇਆ ਹੈ। ਅਸੀਂ ਜੇਕਰ ਕ੍ਰਾਈਮ ਹੁੰਦਾ ਤਾਂ ਉਸ ਤੋਂ ਬਾਅਦ ਜਿਹੜੀ ਪ੍ਰੀਵੈਂਸ਼ਨ ਦੀ ਉਹ ਗੱਲ ਕਰਦੇ ਨੇ। ਦੂਸਰਾ, ਪ੍ਰੋਫੈਸ਼ਨਲ ਪੁਲਿਸਿੰਗ ਦਾ ਜ਼ਿਕਰ ਉਹਨਾਂ ਵੱਲੋਂ ਹਰ ਪ੍ਰੈਸ ਕਾਨਫਰੰਸ ਦੇ ਵਿੱਚ ਕੀਤਾ ਜਾਂਦਾ, ਪਰ ਉਹਨਾਂ ਦੀ ਪ੍ਰੋਫੈਸ਼ਨਲ ਪੁਲਿਸਿੰਗ ਦੇ ਉੱਤੇ ਵੀ ਲਾਜ਼ਮੀ ਤੌਰ ਤੇ ਸਵਾਲ ਖੜੇ ਹੋ ਰਹੇ ਨੇ। ਔਰ ਇੱਕ ਉਸ ਲੀਡਰ ਨੂੰ ਗੋਲੀ ਮਾਰੀ ਗਈ ਹੈ ਜਿਸ ਨੂੰ ਪਹਿਲਾਂ ਤੋਂ ਇਸ ਗੱਲ ਦਾ ਖਦਸ਼ਾ ਸੀ। ਜਿਹੜੀਆਂ ਸਟੇਟ ਦੀਆਂ ਏਜੰਸੀਆਂ ਨੇ, ਕੇਂਦਰ ਦੀਆਂ ਏਜੰਸੀਆਂ ਨੇ, ਉਹ ਵੀ
ਇਸ ਬਾਰੇ ਕਈ ਵਾਰ ਲਿਖ ਚੁੱਕੀਆਂ ਨੇ। ਪਰ ਕਾਰਨ ਕੀ ਹੈ, ਇੱਕ ਹੋਰ ਮੈਂ ਗੱਲ ਜਾਣਨੀ ਚਾਹੁੰਦਾ ਕਿ ਤੁਸੀਂ ਇਹ ਸਿੱਧੇ ਤੌਰ ਤੇ ਸਵਾਲ ਤਾਂ ਖੜਾ ਕਰਤਾ ਕਿ ਪੁਲਿਸ ਕਮਿਸ਼ਨਰ ਦੀ ਕਾਰਗੁਜ਼ਾਰੀ ਦੇ ਉੱਤੇ, ਪਰ ਸਭ ਤੋਂ ਵੱਡਾ ਸਵਾਲ ਇਹ ਹੈ ਜੇਕਰ ਪੰਜਾਬ ਦੇ ਵਿੱਚ ਗ੍ਰਹਿ ਵਿਭਾਗ ਦੀ ਗੱਲ ਕਰੀਏ ਤਾਂ ਉਹ ਤੁਹਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਕੋਲ ਹੈ। ਦੂਸਰੇ ਪਾਸੇ ਤੁਹਾਡੇ ਮੌਜੂਦਾ ਵਿਧਾਇਕ ਜਦੋਂ ਇੱਥੇ ਪਹੁੰਚਦੇ ਨੇ ਤਾਂ ਉਹ ਇੱਥੋਂ ਤੱਕ ਕਹਿ ਦਿੰਦੇ ਨੇ ਕਿ ਜਿਹੜੇ ਅਧਿਕਾਰੀ ਇੱਥੇ ਤੈਨਾਤ ਕੀਤੇ ਨੇ ਉਹ ਇਸ ਦੇ ਕਾਬਿਲ ਹੀ ਨਹੀਂ। ਸਰ ਦੇਖੋ, ਭਗਵੰਤ ਮਾਨ ਜੀ ਭਾਵੇਂ ਗ੍ਰਹਿ ਮੰਤਰੀ ਭਾਵੇਂ ਮੁੱਖ ਮੰਤਰੀ ਹੈ, ਆਖਰ ਗ੍ਰਹਿ ਮੰਤਰੀ ਮੁੱਖ ਮੰਤਰੀ ਇੱਕ ਸ਼ਾਸਨ ਪ੍ਰਸ਼ਾਸਨ ਬਣਾਉਂਦਾ ਵਾ, ਉਹਦਾ ਇੱਕ ਹਿੱਸਾ ਸੀ ਸੀਪੀ। ਠੀਕ ਹੈ ਜੀ, ਜਿਹਨੂੰ ਇਹ ਸਾਰੀ ਗੱਲ ਦਾ ਪਤਾ ਸੀ। ਲੇਕਿਨ ਮੈਂ ਸਭ ਤੋਂ ਵੱਡੀ ਗੱਲ ਇਹ ਕਹੂੰਗਾ ਕਿ ਜੋ ਹੈ ਤਾਂ ਬਹੁਤ ਮਾੜਾ ਆ, ਉਹਦੀ ਭਰਪਾਈ ਨਹੀਂ ਆਪਾਂ ਕਰ ਸਕਦੇ। ਲੇਕਿਨ ਅੱਜ ਵੀ ਇਹੋ ਜਿਹੇ ਬੰਦਿਆਂ ਵਾਸਤੇ ਕੇਸ ਚੱਲੇ, 6 ਮਹੀਨੇ ਬਾਅਦ ਜ਼ਮਾਨਤ ਹੋਵੇ, ਠੀਕ ਹੈ, ਉਸ ਤੋਂ ਬਾਅਦ ਬੰਦਾ ਬਰੀ ਹੋਏ, ਬਿਲਕੁਲ ਨਹੀਂ। ਇੰਨਾ ਵੱਡਾ ਤਾਂ ਸਬੂਤ ਕੀ ਚਾਹੀਦਾ, ਸ਼ਰੇਆਮ ਗੋਲੀ ਵੱਜੀ, ਆਹੇ ਬੰਦੇ ਨੂੰ ਫਾਂਸੀ ਨਹੀਂ ਚਾਹੀਦੀ। ਉਹਦਾ ਜ਼ਿਕਰ ਕੀਤਾ ਕਿ ਜਦੋਂ ਸਾਡੀ ਸਰਕਾਰ ਦੀ ਸੀ ਉਦੋਂ ਧਰਨੇ ਲਾਉਂਦੇ ਸੀ, ਅਸੀਂ ਆਵਾਜ਼ ਬੁਲੰਦ ਕਰਦੇ ਸੀ। ਕੀ ਹੁਣ ਤੁਹਾਡੀ ਸਰਕਾਰ ਦੇ ਵਿੱਚ ਜੋ ਕੁਝ ਹੋਇਆ ਇਹਦੇ ਖਿਲਾਫ ਤੁਸੀਂ ਆਵਾਜ਼ ਬੁਲੰਦ ਕਰ? ਸਰ ਸਰਕਾਰ ਦੀ ਗੱਲ ਤੁਹਾਨੂੰ ਫਿਰ ਮੈਂ ਕਹਿ ਰਿਹਾ, ਆਵਾਜ਼ ਬੁਲੰਦ ਕੱਲ ਫਿਰ ਆਵਾਜ਼ ਦੀ ਇਹੀ ਗੱਲ ਉੱਠੇਗੀ। ਜਿਨ੍ਹਾਂ ਨੂੰ ਡਿਸਮਿਸ ਹੀ ਕਰਦੇ ਹੁੰਦੇ ਆਪਾਂ ਚੈਨ ਨਾਲ ਨਹੀਂ ਬੈਠਾਂਗੇ, ਕਿਉਂਕਿ ਦੱਸਿਆ ਕਿ ਮੈਂ ਤੁਹਾਨੂੰ ਫਿਰ ਬਾਰ-ਬਾਰ ਕਹਿ ਰਿਹਾ, ਮੈਂ ਇੱਕ ਮੁੱਖ ਮੰਤਰੀ ਚੰਗਾ ਤੁਹਾਨੂੰ ਅਫਸਰ ਦੇ ਸਕਦਾ, ਜੇ ਉਹ ਅਫਸਰ ਚੰਗਾ ਕੰਮ ਨਹੀਂ ਕਰ ਸਕਦਾ ਉਹਨੂੰ ਡਿਸਮਿਸ ਕਰੋ ਜਾਂ ਸਸਪੈਂਡ ਕਰੋ। ਸਸਪੈਂਡ ਛੱਡੋ, ਡਿਸਮਿਸ ਕਰੋ, ਕਿਉਂਕਿ ਬੰਦਾ ਮਰ ਗਿਆ ਚ ਕੋਈ ਇਹ ਨਹੀਂ ਕਿ ਉਹ ਚੀਜ਼ ਦੀ ਭਰਪਾਈ ਖਰਚ ਕੀਤੀ ਜਾ ਸਕੇ। ਜਿਹੜੀ ਚੀਜ਼ 'ਚ ਕਿਸੇ ਨੇ ਭਰਪਾਈ ਨਾ ਕੀਤੀ ਉਹਨੂੰ ਉਸ ਤਰ੍ਹਾਂ ਖਤਮ ਕਰ ਦੇਣਾ ਚਾਹੀਦਾ। ਤਾਂ ਸਿੱਧੇ ਤੌਰ ਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਆਮ ਆਦਮੀ ਪਾਰਟੀ, ਇਹ ਸਭ ਤੋਂ ਇੱਕ ਹੈਰਾਨ ਕਰਨ ਵਾਲੀ ਗੱਲ ਹੈ ਕਿ ਵਿਰੋਧੀ ਧਿਰਾਂ ਤਾਂ ਸਵਾਲ ਖੜੇ ਕਰਦੀਆਂ ਨੇ, ਪਰ ਇਸ ਘਟਨਾ ਤੋਂ ਬਾਅਦ ਜਿਹੜਾ ਸਿਆਸੀ ਜਿਹੜੇ ਰੰਗ ਨਜ਼ਰ ਆ ਰਹੇ ਨੇ, ਸਿਆਸੀ ਜਿਹੜਾ ਸਮੀਕਰਨ ਨਜ਼ਰ ਆ ਰਿਹਾ ਕਿ ਵਿਰੋਧੀ ਧਿਰ ਦਾ ਭਾਵੇਂ ਆਗੂ ਵੀ ਕੋਈ ਇੱਥੇ ਨਹੀਂ ਪਹੁੰਚਿਆ। ਮੌਜੂਦਾ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ। ਦੂਸਰੇ ਪਾਸੇ ਜਿਹੜੇ ਸਥਾਨਕ ਆਗੂ ਜਿਨ੍ਹਾਂ ਦੇ ਨਾਲ ਅਸੀਂ ਹੁਣੇ ਗੱਲ ਕੀਤੀ ਤਾਂ ਉਹਨਾਂ ਦਾ ਵੀ ਕਹਿਣਾ ਕਿ ਭਾਵੇਂ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ, ਪਰ ਕਿਤੇ ਨਾ ਕਿਤੇ ਸਰਕਾਰ ਨੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਪੁਲਿਸ ਅਧਿਕਾਰੀ ਤੈਨਾਤ ਕੀਤੇ ਨੇ ਉਹ ਕਿਤੇ ਨਾ ਕਿਤੇ ਇਸ ਬਾਰੇ ਜਾਣੂ ਨਹੀਂ ਹਨ ਕਿ ਜਿਹੜੀ ਜ਼ਮੀਨੀ ਹਕੀਕਤ ਅੰਮ੍ਰਿਤਸਰ ਦੇ ਵਿੱਚ ਕੀ ਹੈ। ਤਾਂ ਇਹ ਇੱਕ ਆਪਣੇ ਆਪ ਦੇ ਵਿੱਚ ਵੱਖਰੀ ਜਿਹੜੀ ਅਸੀਂ ਕਹਿ ਸਕਦੇ ਕਿ ਇਸ ਘਟਨਾ ਤੋਂ ਬਾਅਦ ਸਿਆਸੀ ਜਿਹੜੀ ਤਸਵੀਰ ਨਜ਼ਰ ਆ ਰਹੀ ਹੈ ਉਹ ਆਪਣੇ ਆਪ ਤੇ ਸਰਕਾਰ ਆਮ ਆਦਮੀ ਪਾਰਟੀ ਦੀ ਹੈ। ਵਿਰੋਧੀ ਧਿਰਾਂ ਲਗਾਤਾਰ ਸਵਾਲ ਖੜੇ ਕਰ ਰਹੀਆਂ ਨੇ, ਪਰ ਹੁਣ ਆਪਣੀ ਹੀ ਪਾਰਟੀ ਦੇ ਵਿੱਚ ਜਿਹੜੇ ਰਹਿਣ ਵਾਲੇ ਲੋਕ ਨੇ ਉਹੀ ਖੁਦ ਉਹਨਾਂ ਦੇ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਅਜਿਹੀਆਂ ਘਟਨਾਵਾਂ ਤੋਂ ਬਾਅਦ ਤਿੱਖੇ ਜਿਹੜੇ ਸੁਰ ਨੇ ਉਹ ਵੀ ਦੇਖਣ ਨੂੰ ਮਿਲ ਰਹੇ ਨੇ। ਜੀ ਕਰੋ। ਬਿਲਕੁਲ ਰਾਜੀਵ, ਤੁਹਾਡੇ ਕੋਲ ਵਾਪਸ ਆਉਣੇ ਆ। ਸਭ ਦੇ ਵਿਚਾਲੇ ਇੱਕ ਵੱਡੀ ਖਬਰ ਆ ਰਹੀ ਹੈ, ਜਿਸ ਤਰੀਕੇ ਨਾਲ ਗੁੱਸਾ ਨਜ਼ਰ ਆ ਰਿਹਾ ਤੇ ਪਰਿਵਾਰ ਦੇ ਵਿੱਚ ਵੀ ਇਸ ਸਮੇਂ ਗੁੱਸਾ ਹੈ। ਵੱਡੀ ਖਬਰ ਇਸ ਸਮੇਂ ਦੀ ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਸੁਧੀਰ ਸੂਰੀ ਦੇ ਬੇਟੇ ਦਾ ਬਿਆਨ ਸਾਹਮਣੇ ਆਇਆ ਹੈ। ਜੀ ਹਾਂ, ਸੁਧੀਰ ਸੂਰੀ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਅੰਮ੍ਰਿਤਸਰ ਦੇ ਵਿੱਚ ਦੁਪਹਿਰ ਦੇ ਸਮੇਂ, ਤਾਂ ਉਹਨਾਂ ਦੇ ਬੇਟੇ ਦਾ ਬਿਆਨ ਇਸ ਸਮੇਂ ਸਾਹਮਣੇ ਆਇਆ ਹੈ ਤੇ ਬੇਟੇ ਨੇ ਮੰਗ ਕੀਤੀ ਹੈ, ਪਰਿਵਾਰ ਮੰਗ ਕਰ ਰਿਹਾ ਕਿ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਸ਼ਹੀਦ ਦੇ ਦਰਜੇ ਦੀ ਮੰਗ ਕੀਤੀ ਜਾ ਰਹੀ ਹੈ ਸੁਧੀਰ ਸੂਰੀ ਦੇ ਬੇਟੇ ਦੇ ਵੱਲੋਂ। ਕਹਿ ਰਹੇ ਨੇ ਕਿ ਮੇਰੇ ਪਿਤਾ ਨੂੰ ਸ਼ਹੀਦ ਦਾ ਦਰਜਾ ਮਿਲੇ ਤੇ ਜੇਕਰ ਸ਼ਹੀਦ ਦਾ ਦਰਜਾ ਨਹੀਂ ਮਿਲਦਾ, ਇਹ ਉਹਨਾਂ ਦੇ ਬੇਟੇ ਦਾ ਜ਼ਿਕਰ ਹੈ, ਉਹਨਾਂ ਦੇ ਬੇਟੇ ਦਾ ਬਿਆਨ ਹੈ। ਉਹ ਕਹਿ ਰਹੇ ਨੇ ਜੇਕਰ ਸ਼ਹੀਦ ਦਾ ਦਰਜਾ ਨਹੀਂ ਮਿਲਦਾ ਤਾਂ ਫਿਰ ਸੰਸਕਾਰ ਪਿਤਾ ਦਾ ਉਹ ਨਹੀਂ ਕਰਨਗੇ। ਪਿਤਾ ਦੇ ਕਤਲ ਤੋਂ ਬਾਅਦ ਇਹ ਪਹਿਲੀ ਸਟੇਟਮੈਂਟ ਹੈ ਪਰਿਵਾਰ ਦੀ, ਸੁਧੀਰ ਸੂਰੀ ਦੇ ਪਰਿਵਾਰ ਦੀ ਇਹ ਪਹਿਲੀ ਸਟੇਟਮੈਂਟ ਹੈ, ਕਿਉਂਕਿ ਪਰਿਵਾਰ ਇਸ ਸਮੇਂ ਲਾਜ਼ਮੀ ਤੌਰ ਤੇ ਸਦਮੇ ਦੇ ਵਿੱਚ ਹੋਏਗਾ। ਜਿਸ ਤਰੀਕੇ ਨਾਲ ਇਹ ਪੂਰਾ ਘਟਨਾਕ੍ਰਮ ਵਾਪਰਿਆ ਹੈ, 3:30 ਵਜੇ ਦੇ ਕਰੀਬ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਤਾਂ ਬੇਟੇ ਦਾ ਇਹ ਪਹਿਲਾ ਸਟੇਟਮੈਂਟ ਨਿਕਲ ਕੇ ਸਾਹਮਣੇ ਆਇਆ। ਪਰਿਵਾਰ ਦਾ ਪਹਿਲਾ ਸਟੇਟਮੈਂਟ ਹੈ ਜਿਸ ਦੇ ਵਿੱਚ ਉਹ ਜ਼ਿਕਰ ਕਰ ਰਹੇ ਨੇ, ਮੰਗ ਕਰ ਰਹੇ ਨੇ ਸਰਕਾਰ ਦੇ ਕੋਲ, ਪ੍ਰਸ਼ਾਸਨ ਦੇ ਕੋਲ ਕਿ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਸੁਧੀਰ ਸੂਰੀ ਨੂੰ, ਤੇ ਜੇਕਰ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ ਤਾਂ ਫਿਰ ਸੰਸਕਾਰ ਨਹੀਂ ਕੀਤਾ ਜਾਵੇਗਾ। ਤਾਂ ਪੁਲਿਸ ਇੱਕ ਪਾਸੇ ਜਾਂਚ ਕਰ ਰਹੀ ਹੈ ਤੇ ਉਸ ਤੋਂ ਬਾਅਦ ਜਾਂਚ ਨਿਕਲ ਕੇ ਕੀ ਆਉਂਦਾ ਉਸ ਦੇ ਉੱਤੇ ਨਜ਼ਰ ਹੈ। ਪਰ ਦੂਜੇ ਪਾਸੇ ਸੁਧੀਰ ਸੂਰੀ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ, ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਮ੍ਰਿਤਕ ਦੇਹ ਸੌਂਪੀ ਜਾਵੇਗੀ। ਪਰ ਇਸ ਵਿਚਾਲੇ ਸਵਾਲ ਇਹ ਹੈ ਕਿ ਪਰਿਵਾਰ ਦੀ ਹੁਣ ਮੰਗ ਦੇ ਉੱਤੇ ਸਰਕਾਰ ਜਾਂ ਪ੍ਰਸ਼ਾਸਨ ਦੇ ਵੱਲੋਂ ਕੀ ਕਿਹਾ ਜਾਂਦਾ ਹੈ, ਕਿਉਂਕਿ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਜੇਕਰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ ਤਾਂ ਫਿਰ ਸੁਧੀਰ ਸੂਰੀ ਦਾ ਪਰਿਵਾਰ ਕਹਿ ਰਿਹਾ ਕਿ ਉਹਨਾਂ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ। ਇਹ ਵੱਡੀ ਖਬਰ ਹੈ ਇਸ ਸਮੇਂ ਦੀ, ਬੇਟੇ ਦਾ ਬਿਆਨ ਸਾਹਮਣੇ ਆ ਗਿਆ। संस्कार करना है नहीं होएगा, नहीं तो नहीं करना। दुनिया की जड़ी मर्जी तोप खड़ी कर लेना। शहीद का दर्जा मिलेगा, शहीद का दर्जा ले ले शहीद का दर्जा मिलेगा। शहीद का दर्जा संस्कार करना है नहीं होएगा, नहीं तो नहीं करना। दुनिया की जड़ी मर्जी तोप खड़ी कर लेना। शहीद का दर्जा मिलेगा, शहीद का दर्जा ले शहीद का दर्जा मिलेगा। शहीद का दर्जा संस्कार करना है नहीं होएगा, नहीं तो नहीं करना। दुनिया की जड़ी मर्जी तोप खड़ी कर लेना।
ਸ਼ਹੀਦ ਦਾ ਦਰਜਾ ਮਿਲ ਸ਼ਹੀਦ ਦਾ ਦਰਜਾ ਲੈ ਲੈ ਮਾਰਥਾ ਜੇ ਹੁਣ ਸ਼ਹੀਦ ਦਾ ਦਰਜਾ ਮਿਲੇਗਾ। ਸ਼ਹੀਦ ਦਾ ਤਾਂ ਪਰਿਵਾਰ ਇਸ ਸਮੇਂ ਮੰਗ ਕਰ ਰਿਹਾ ਹੈ, ਉਹਨਾਂ ਦੇ ਬੇਟੇ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਤੇ ਜਿਹੜੇ ਸਮਰਥਕ ਉੱਥੇ ਇਕੱਠੇ ਹੋ ਰੱਖੇ ਨੇ ਔਰ ਇੱਕ ਪਾਸੇ ਗੁੱਸਾ ਵੀ ਹੈ ਤੇ ਦੂਜੇ ਪਾਸੇ ਸਾਫ਼ ਕਰ ਦਿੱਤਾ ਗਿਆ ਕਿ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਜੇ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ ਤਾਂ ਫਿਰ ਸੰਸਕਾਰ ਨਹੀਂ ਕੀਤਾ ਜਾਵੇਗਾ। ਇਹ ਪਰਿਵਾਰ ਇਸ ਸਮੇਂ ਮੰਗ ਕਰ ਰਿਹਾ। ਹੁਣ ਪਰਿਵਾਰ ਦੇ ਨਾਲ ਪ੍ਰਸ਼ਾਸਨ ਕੀ ਕੁਝ ਗੱਲਬਾਤ ਕਰਦਾ ਹੈ, ਕਿਉਂਕਿ ਸਵੇਰ ਦੇ ਸਮੇਂ ਹੀ ਪੋਸਟਮਾਰਟਮ ਹੋਏਗਾ ਤੇ ਉਸ ਤੋਂ ਬਾਅਦ ਕਿਉਂਕਿ ਪੋਸਟਮਾਰਟਮ ਕਰਵਾਉਣ ਦੇ ਲਈ ਵੀ ਪ੍ਰਸ਼ਾਸਨ ਨੂੰ ਪਰਿਵਾਰ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੁੰਦੀ ਹੈ। ਤਾਂ ਪੋਸਟਮਾਰਟਮ ਨੂੰ ਲੈ ਕੇ ਤਾਂ ਪਹਿਲਾਂ ਲਾਜ਼ਮੀ ਤੌਰ ਤੇ ਪਰਿਵਾਰ ਦੀ ਮਨਜ਼ੂਰੀ ਜ਼ਰੂਰੀ ਹੋਏਗੀ ਤੇ ਉਸ ਤੋਂ ਬਾਅਦ ਪਰਿਵਾਰ ਇਸ ਵੇਲੇ ਕਹਿ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਸੰਸਕਾਰ ਨਹੀਂ ਕੀਤਾ ਜਾਵੇਗਾ ਸੁਖਦੇਵ ਸੂਰੀ ਦਾ ਜਦੋਂ ਤੱਕ ਉਹਨਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ। ਤਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਸੁਖਦੇਵ ਸੂਰੀ ਦਾ ਬੇਟਾ ਔਰ ਪਰਿਵਾਰ ਇਸ ਸਮੇਂ ਲਾਜ਼ਮੀ ਤੌਰ ਤੇ ਸਦਮੇ ਦੇ ਵਿੱਚ ਹੋਏਗਾ, ਕਿਉਂਕਿ ਜਿਸ ਤਰੀਕੇ ਦਾ ਪੂਰਾ ਘਟਨਾਕ੍ਰਮ ਵਾਪਰਿਆ, ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਵੇਰ ਦੇ ਸਮੇਂ ਦੁਪਹਿਰ ਦੇ ਸਮੇਂ ਸਭ ਕੁਝ ਠੀਕ ਸੀ, ਪਰ ਇੱਕਦਮ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਤੋਂ ਬਾਅਦ ਜ਼ਰੂਰ ਜਿਹੜੇ ਹਾਲਾਤ ਹੁੰਦੇ ਨੇ ਕਿਸੇ ਫੈਮਿਲੀ ਦੇ ਵਿੱਚ ਉਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਤਾਂ ਸੁਖਦੇਵ ਸੂਰੀ ਦਾ ਕਤਲ ਕੀਤਾ ਗਿਆ ਤੇ ਇਸ ਵਿਚਾਲੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਇੱਕ ਵਾਰ ਫਿਰ ਤੋਂ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੇ ਬੇਟੇ ਦਾ ਬਿਆਨ, ਕੀ ਕੁਝ ਕਹਿ ਰਹੇ ਨੇ ਸੁਖਦੇਵ ਸੂਰੀ ਦੇ ਬੇਟੇ। ਕੜੀ ਕਰ ਲੈਣ ਸ਼ਹੀਦ ਦਾ ਦਰਜਾ ਮਿਲ ਸ਼ਹੀਦ ਦਾ ਦਰਜਾ ਲੈ ਲੈ ਮਾਰਥਾ ਜੇ ਹੁਣ ਸ਼ਹੀਦ ਦਾ ਦਰਜਾ ਮਿਲੇਗਾ। ਸ਼ਹੀਦ ਦਾ ਦਰਜਾ ਜਿਹੜਾ ਉਹਨਾਂ ਦੇ ਬੇਟਾ ਮਾਤਾ ਦਾ ਸੰਸਕਾਰ ਕਰਨਾ ਜੀ, ਇਹ ਨਹੀਂ ਹੋਏਗਾ। ਨਹੀਂ ਤੇ ਨਹੀਂ ਕਰਨਾ। ਦੁਨੀਆ ਦੀ ਜਿਹੜੀ ਮਰਜ਼ੀ ਤੋਪ ਕੜੀ ਕਰ ਲੈਣ ਸ਼ਹੀਦ ਦਾ ਦਰਜਾ ਮਿਲ ਸ਼ਹੀਦ ਦਾ ਦਰਜਾ ਲੈ ਲੈ ਮਾਰਥਾ ਜੇ ਹੁਣ ਸ਼ਹੀਦ ਦਾ ਦਰਜਾ ਮਿਲੇਗਾ। ਸ਼ਹੀਦ ਦਾ ਦਰਜਾ ਜਿਹੜਾ ਉਹਨਾਂ ਦੇ ਬੇਟਾ ਮਾਤਾ ਦਾ ਸੰਸਕਾਰ ਕਰਨਾ ਜੀ, ਇਹ ਨਹੀਂ ਹੋਏਗਾ। ਨਹੀਂ ਤੇ ਨਹੀਂ ਕਰਨਾ। ਦੁਨੀਆ ਦੀ ਜਿਹੜੀ ਮਰਜ਼ੀ ਤੋਪ ਕੜੀ ਕਰ ਲੈਣ ਸ਼ਹੀਦ ਦਾ ਦਰਜਾ ਮਿਲ ਸ਼ਹੀਦ ਦਾ ਦਰਜਾ ਲੈ ਲੈ ਮਾਰਥਾ ਜੇ ਹੁਣ ਸ਼ਹੀਦ ਦਾ ਦਰਜਾ ਮਿਲੇਗਾ। ਸ਼ਹੀਦ ਦਾ ਦਰਜਾ ਜਿਹੜਾ ਉਹਨਾਂ ਦੇ ਬੇਟਾ ਮਾਤਾ ਦਾ ਸੰਸਕਾਰ ਕਰਨਾ ਜੀ, ਇਹ ਨਹੀਂ ਹੋਏਗਾ। ਨਹੀਂ ਤੇ ਨਹੀਂ ਕਰਨਾ। ਦੁਨੀਆ ਦੀ ਜਿਹੜੀ ਮਰਜ਼ੀ ਤੋਪ ਕੜੀ ਕਰ ਲੈਣ ਸ਼ਹੀਦ ਦਾ ਦਰਜਾ ਮਿਲ ਸ਼ਹੀਦ ਦਾ ਦਰਜਾ ਲੈ ਲੈ ਮਾਰਥਾ ਜੇ ਹੁਣ ਸ਼ਹੀਦ ਦਾ ਦਰਜਾ ਮਿਲੇਗਾ। ਸ਼ਹੀਦ ਦਾ ਦਰਜਾ ਜਿਹੜਾ ਉਹਨਾਂ ਦੇ ਬੇਟਾ ਮਾਤਾ ਦਾ ਸੰਸਕਾਰ ਕਰਨਾ ਜੀ, ਇਹ ਨਹੀਂ ਹੋਏਗਾ। ਨਹੀਂ ਤੇ ਨਹੀਂ ਕਰਨਾ। ਦੁਨੀਆ ਦੀ ਜਿਹੜੀ ਮਰਜ਼ੀ ਤੋਪ ਕੜੀ ਕਰ ਲੈਣ ਸ਼ਹੀਦ ਦਾ ਦਰਜਾ ਮਿਲ ਸ਼ਹੀਦ ਦਾ ਦਰਜਾ ਲੈ ਲੈ ਮਾਰਥਾ ਜੇ ਹੁਣ ਸ਼ਹੀਦ ਦਾ ਦਰਜਾ ਮਿਲੇਗਾ। ਸ਼ਹੀਦ ਦਾ ਦਰਜਾ ਜਿਹੜਾ ਉਹਨਾਂ ਦੇ ਬੇਟਾ ਔਰ ਸੰਸਕਾਰ ਨੂੰ ਲੈ ਕੇ ਕਿਵੇਂ ਪਰਿਵਾਰ ਨੂੰ ਮਨਾਇਆ ਜਾਵੇ, ਪਰ ਫਿਲਹਾਲ ਕਿਉਂਕਿ ਗੁੱਸੇ ਦੇ ਵਿੱਚ ਨੇ ਸੂਰੀ ਦੇ ਰਿਸ਼ਤੇਦਾਰ, ਪਰਿਵਾਰ ਜਾਂ ਸਮਰਥਕ ਤੇ ਉਹ ਕਹਿ ਰਹੇ ਨੇ ਕਿ ਸੰਸਕਾਰ ਨਹੀਂ ਕੀਤਾ ਜਾਏਗਾ। ਸਿੱਧਾ ਰੁਕ ਕਰਦੇ ਹਾਂ, ਥੋੜੀ ਦੇਰ ਦੇ ਵਿੱਚ ਅਸੀਂ ਤੁਹਾਨੂੰ ਜੋ ਮੈਂ ਫਾਈਲਾਂ ਦਾ ਜ਼ਿਕਰ ਕਰ ਰਿਹਾ ਸੀ, ਜਿਹੜੇ ਦਸਤਾਵੇਜ਼ ਬਰਾਮਦ ਕੀਤੇ ਗਏ ਨੇ ਉਸ ਦਾ ਅਸੀਂ ਪੂਰਾ ਖੰਗਾਲਣ ਦੀ ਕੋਸ਼ਿਸ਼ ਕਰਾਂਗੇ ਕਿ ਉਸ ਦੇ ਵਿੱਚ ਕੀ ਕੁਝ ਹੈ। ਪਰ ਉਸ ਤੋਂ ਪਹਿਲਾਂ ਇੱਕ ਵਾਰ ਰੁਕ ਕਰ ਲੈਣੇ ਆ ਰਾਜੀਵ ਦਾ, ਸਾਡੇ ਸਹਿਯੋਗੀ ਅੰਮ੍ਰਿਤਸਰ ਤੋਂ ਸਾਡੇ ਨਾਲ ਨੇ। ਰਾਜੀਵ, ਪਰਿਵਾਰ ਦੀ ਫਸਟ ਸਟੇਟਮੈਂਟ, ਗੁੱਸਾ ਵੀ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਸ਼ਹੀਦ ਦੇ ਦਰਜੇ ਦੀ ਮੰਗ ਕੀਤੀ ਜਾ ਰਹੀ ਹੈ। ਪਰਿਵਾਰ ਕਿੱਥੇ ਹੈ, ਬਾਕੀ ਮੈਂਬਰ ਇਸ ਸਮੇਂ ਕੋਈ ਗੱਲਬਾਤ ਹੋਈ ਹੋਵੇ, ਕੀ ਕੁਝ ਤੁਹਾਡੇ ਕੋਲ ਜਾਣਕਾਰੀ ਰਾਜੀਵ? ਜੀ ਦੇਖੋ ਗੌਰਵ, ਇਸ ਵੇਲੇ ਪੂਰਾ ਪਰਿਵਾਰ ਜੋ ਹੈ ਉਸੇ ਹਸਪੀਟਲ ਦੇ ਵਿੱਚ ਹੈ ਜਿੱਥੇ ਸਿੱਧਾ ਜਦੋਂ ਉਹਨਾਂ ਨੂੰ ਇਲਾਜ ਦੇ ਲਈ ਲਿਜਾਇਆ ਗਿਆ ਔਰ ਜਾਂਦਿਆਂ ਹੀ ਡਾਕਟਰਾਂ ਵੱਲੋਂ ਜੋ ਹੈ ਡਿਕਲੇਅਰ ਕਰ ਦਿੱਤਾ ਗਿਆ ਸੀ ਕਿ ਸੁਖਦੇਵ ਸੂਰੀ ਦੀ ਮੌਤ ਹੋ ਚੁੱਕੀ ਹੈ। ਤਾਂ ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ ਕਿ ਡੀਜੀਪੀ ਨੇ ਜਿਸ ਤਰ੍ਹਾਂ 90 ਤੁਲੇ ਸ਼ਬਦਾਂ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ, ਤਾਂ ਸਭ ਤੋਂ ਹੁਣ ਵੱਡੀ ਚੁਣੌਤੀ ਪੁਲਿਸ ਦੇ ਲਈ ਇਹੀ ਹੈ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਨੂੰ ਜੋ ਹੈ ਉਹ ਸ਼ਾਂਤ ਕੀਤਾ ਜਾਣਾ ਹੈ। ਉਸ ਤੋਂ ਬਾਅਦ ਜੋ ਸੁਖਦੇਵ ਸੂਰੀ ਦਾ ਅੰਤਿਮ ਸੰਸਕਾਰ ਹੈ ਉਹ ਕੀਤਾ ਜਾਣਾ, ਉਸ ਤੋਂ ਪਹਿਲਾਂ ਪੋਸਟਮਾਰਟਮ ਦੀ ਪ੍ਰਕਿਰਿਆ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਤਾਂ ਹੁਣ ਜਿਹੜੀ ਮੰਗ ਉੱਠੀ ਹੈ ਪਰਿਵਾਰ ਵੱਲੋਂ, ਇਸ ਦਾ ਪਹਿਲਾਂ ਤੋਂ ਹੀ ਕਿਤੇ ਨਾ ਕਿਤੇ ਅੰਦਾਜ਼ਾ ਲੱਗ ਰਿਹਾ ਸੀ ਕਿ ਪਰਿਵਾਰ ਕੋਈ ਵੱਡੀ ਮੰਗ ਸਰਕਾਰ ਦੇ ਅੱਗੇ ਰੱਖ ਸਕਦਾ। ਤਾਂ ਹੁਣ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਸੁਖਦੇਵ ਸੂਰੀ ਨੂੰ ਸ਼ਹੀਦ ਦਾ ਦਰਜਾ ਜੋ ਹੈ ਉਹ ਦਿੱਤਾ ਜਾਣਾ ਚਾਹੀਦਾ, ਜਦੋਂ ਤੱਕ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ ਤਾਂ ਉਦੋਂ ਤੱਕ ਪਰਿਵਾਰ ਅੰਤਿਮ ਸੰਸਕਾਰ ਨਹੀਂ ਕਰੇਗਾ। ਤਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਫਿਰ ਤੋਂ ਜਿਹੜੀ ਹਲਚਲ ਹੈ ਉਹ ਨਜ਼ਰ ਆ ਰਹੀ ਕਿ ਪੁਲਿਸ ਦੀਆਂ ਜਿਹੜੀਆਂ ਟੀਮਾਂ ਨੇ ਉਹ ਇੱਕ ਵਾਰ ਫਿਰ ਇੱਥੇ ਪਹੁੰਚੀਆਂ ਨੇ ਔਰ ਥਾਣਾ ਸਦਰ ਦਾ ਇਹ ਇਲਾਕਾ, ਤਾਂ ਡੀਜੀਪੀ ਨੇ ਵੀ ਜ਼ਿਕਰ ਕੀਤਾ ਸੀ ਕਿ ਥਾਣਾ ਸਦਰ ਦੇ ਵਿੱਚ ਹੀ ਧਾਰਾ 302 ਦੇ ਤਹਿਤ ਜੋ ਹੈ ਸੰਦੀਪ ਸਿੰਘ ਸਨੀ ਦੇ ਖਿਲਾਫ ਕੇਸ ਰਜਿਸਟਰ ਕੀਤਾ ਗਿਆ। ਤਾਂ ਥਾਣਾ ਸਦਰ ਦੀ ਹੀ ਪੁਲਿਸ ਉਸ ਵੇਲੇ ਵੀ ਮੌਕੇ ਤੇ ਮੌਜੂਦ ਸੀ। ਜਿਹੜੇ ਇੰਸਪੈਕਟਰ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ, ਏਸੀਪੀ ਜੋ ਨੇ ਅੰਮ੍ਰਿਤਸਰ ਨਾਰਥ ਦੇ, ਉਹ ਇੱਥੇ ਪਹੁੰਚੇ ਹੋਏ ਸੀ। ਤਾਂ ਇੱਕ ਵਾਰ ਫਿਰ ਤੋਂ ਜੋ ਹੈ ਇਲਾਕੇ ਨੂੰ ਜੋ ਹੈ ਰੱਸੀਆਂ ਲਗਾ ਕੇ ਬੰਦ ਕੀਤਾ ਜਾ ਰਿਹਾ। ਤਾਂ ਇਸ ਤੋਂ ਇਹ ਲੱਗ ਰਿਹਾ ਕਿ ਜੋ ਪੰਜਾਬ ਦੇ ਡੀਜੀਪੀ ਨੇ ਜਿਸ ਤਰ੍ਹਾਂ ਪ੍ਰੈਸ ਕਾਨਫਰੰਸ ਤੋਂ ਬਾਅਦ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਉਹ ਸਿੱਧਾ ਅੰਮ੍ਰਿਤਸਰ ਜਾਣਗੇ, ਤਾਂ ਹੁਣ ਅਸੀਂ ਕਹਿ ਸਕਦੇ ਕਿ ਡੀਜੀਪੀ ਕੁਝ ਦੇਰ ਬਾਅਦ ਜੋ ਨੇ ਉਹ ਇੱਥੇ ਪਹੁੰਚ ਸਕਦੇ ਨੇ। ਤਾਂ ਇਸ ਵੇਲੇ ਦੀ ਤੁਸੀਂ ਹਲਚਲ ਦੇਖ ਸਕਦੇ ਹੋ, ਇੱਕ ਵਾਰ ਫਿਰ ਤੋਂ ਉਸ ਰਸਤੇ ਨੂੰ ਬੰਦ ਕੀਤਾ ਜਾ ਰਿਹਾ ਜਿਹੜਾ ਕੁਝ ਦੇਰ ਪਹਿਲਾਂ
ਖੋਲ ਦਿੱਤਾ ਗਿਆ ਸੀ ਔਰ ਇਸੇ ਹੀ ਥਾਂ ਤੇ ਪੂਰੀ ਜਿਹੜੀ ਘਟਨਾ ਹੈ ਉਹ ਵਾਪਰੀ ਸੀ। ਤਾਂ ਪੁਲਿਸ ਤੋਂ ਜੋ ਵੱਲੋਂ ਇੱਕ ਵਾਰ ਤਾਂ ਪੁਲਿਸ ਜੋ ਹੈ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਇਸ ਇਲਾਕੇ ਦੇ ਵਿੱਚ ਤੈਨਾਤ ਹੈ। ਬੈਰੀਕੇਡਿੰਗ ਜਿਹੜੀ ਹੈ ਉਹ ਸਾਹਮਣੇ ਨਜ਼ਰ ਆ ਰਹੀ ਹੈ ਔਰ ਇਸ ਬੈਰੀਕੇਡਿੰਗ ਦਾ ਇੱਕੋ ਇੱਕ ਕਾਰਨ ਹੈ ਕਿ ਲੋਕ ਜਿਹੜੇ ਨੇ ਉਹ ਇਸ ਪਾਸੇ ਨਾ ਆਉਣ। ਤਾਂ ਕੁਝ ਦੇਰ ਪਹਿਲਾਂ ਦੀ ਜਿਹੜੀ ਤਸਵੀਰ ਅਸੀਂ ਸਾਂਝੀ ਕੀਤੀ ਸੀ ਉਸ ਦੇ ਵਿੱਚ ਲੱਗ ਰਿਹਾ ਸੀ ਕਿ ਸ਼ਾਇਦ ਇਸ ਰਸਤੇ ਨੂੰ ਜੋ ਹੈ ਉਹ ਖਾਲੀ ਕਰ ਦਿੱਤਾ ਗਿਆ, ਪਰ ਇੱਕ ਵਾਰ ਮੁੜ ਤੋਂ ਹਲਚਲ ਨਜ਼ਰ ਆ ਰਹੀ ਹੈ। ਡੀਜੀਪੀ ਜੋ ਨੇ ਉਹ ਕੁਝ ਦੇਰ ਬਾਅਦ ਇੱਥੇ ਪਹੁੰਚਣਗੇ ਔਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾਏਗੀ। ਪਰ ਇਸ ਵੇਲੇ ਦੀ ਜਿਹੜੀ ਅਪਡੇਟ ਉਹ ਇਹੀ ਹੈ ਕਿ ਪਰਿਵਾਰ ਹੁਣ ਇਹ ਮੰਗ ਕਰ ਰਿਹਾ ਕਿ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਜਦੋਂ ਤੱਕ ਸਰਕਾਰ ਨਹੀਂ ਦਿੰਦੀ ਤਾਂ ਉਦੋਂ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਏਗਾ। ਇਸ ਵੇਲੇ ਤੁਸੀਂ ਦੇਖ ਸਕਦੇ ਹੋ ਪੀਸੀਆਰ ਦੀ ਜਿਹੜੀ ਟੀਮ ਹੈ ਇਸ ਇਲਾਕੇ ਦੇ ਵਿੱਚ ਉਸ ਨੂੰ ਵੀ ਤੈਨਾਤ ਕੀਤਾ ਗਿਆ ਔਰ ਰਸਤਾ ਜਿਹੜਾ ਇੱਕ ਵਾਰ ਫਿਰ ਤੋਂ ਆਵਾਜਾਈ ਜਿਹੜੀ ਹੈ ਉਹ ਬੰਦ ਕਰ ਦਿੱਤੀ ਗਈ ਹੈ। ਤਾਂ ਡੀਜੀਪੀ ਇੱਥੇ ਪਹੁੰਚ ਕੇ ਪੂਰੇ ਇਸ ਇਲਾਕੇ ਦੇ ਹਾਲਾਤਾਂ ਦਾ ਜਾਇਜ਼ਾ ਲੈਣਗੇ। ਜਿਹੜੇ ਸੰਬੰਧਿਤ ਅਧਿਕਾਰੀ ਨੇ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ ਕਿ ਥਾਣਾ ਸਦਰ ਦੇ ਅਧੀਨ ਇਹ ਪੂਰਾ ਇਲਾਕਾ ਆਉਂਦਾ ਔਰ ਥਾਣਾ ਸਦਰ ਦੇ ਜਿਹੜੇ ਇੰਸਪੈਕਟਰ ਨੇ ਉਹ ਉਸ ਵੇਲੇ ਵੀ ਮੌਜੂਦ ਸੀ ਜਦੋਂ ਇਹ ਮੰਦਭਾਗੀ ਘਟਨਾ ਵਾਪਰਦੀ ਹੈ। ਤਾਂ ਇਹ ਉਹ ਦੁਕਾਨ ਹੈ ਜਿਸ ਦਾ ਉਹ ਮਾਲਿਕ ਸੀ ਸੰਦੀਪ ਸਿੰਘ ਸਨੀ ਔਰ ਇੱਥੋਂ ਕੁਝ ਹੀ ਦੂਰੀ ਤੇ ਸਾਹਮਣੇ ਜਿੱਥੇ ਲਾਈਟਾਂ ਨਜ਼ਰ ਆ ਰਹੀਆਂ ਨੇ ਮੰਦਿਰ ਦੇ ਠੀਕ ਬਾਹਰ ਜਿਹੜਾ ਧਰਨਾ ਪ੍ਰਦਰਸ਼ਨ ਹੈ ਉਹ ਚੱਲ ਰਿਹਾ ਸੀ। ਤਾਂ ਜਿਹੜੇ ਉਸ ਵੇਲੇ ਲੋਕ ਮੌਜੂਦ ਸੀ ਤਾਂ ਉਹਨਾਂ ਦੇ ਮੁਤਾਬਕ ਜਿਹੜੇ ਉਸ ਸ਼ਖਸ ਵੱਲੋਂ ਪਹਿਲਾਂ ਉੱਥੇ ਜਾ ਕੇ ਰੇਕੀ ਕੀਤੀ ਗਈ, ਉਸ ਇਲਾਕੇ ਦੇ ਵਿੱਚੋਂ ਕਾਫੀ ਦੇਰ ਘੁੰਮਦਾ ਰਿਹਾ ਔਰ ਉਸ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਉਸ ਵੱਲੋਂ ਦੇ ਦਿੱਤਾ ਜਾਂਦਾ। ਤਾਂ ਇਹ ਤਾਜ਼ਾ ਤਸਵੀਰਾਂ ਉਸ ਥਾਂ ਦੀਆਂ ਨੇ ਜਿੱਥੇ ਇਹ ਮੰਦਭਾਗੀ ਘਟਨਾ ਵਾਪਰੀ ਸੀ ਔਰ ਤਾਜ਼ਾ ਅਪਡੇਟ ਜਿਹੜੀ ਉਹ ਇਹ ਮਿਲ ਰਹੀ ਹੈ ਕਿ ਹੁਣ ਪਰਿਵਾਰ ਇੱਕ ਵੱਡੀ ਮੰਗ ਦੀ ਜਿੱਦ ਦੇ ਉੱਤੇ ਅੜਿਆ ਹੋਇਆ ਕਿ ਜਦੋਂ ਤੱਕ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਸਰਕਾਰ ਵੱਲੋਂ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਉਹ ਅੰਤਿਮ ਸੰਸਕਾਰ ਨਹੀਂ ਕਰਨਗੇ। ਤਾਂ ਇਹ ਇੱਕ ਸਰਕਾਰ ਦੇ ਲਈ ਅਸੀਂ ਕਹਿ ਸਕਦੇ ਕਿ ਵੱਡੀ ਹੋਰ ਇੱਕ ਚੁਣੌਤੀ ਹੈ ਕਿ ਪਰਿਵਾਰ ਨੂੰ ਕਿਸ ਤਰੀਕੇ ਦੇ ਨਾਲ ਸ਼ਾਂਤ ਕੀਤਾ ਜਾਂਦਾ ਹੈ, ਕਿਉਂਕਿ ਦੂਜੇ ਪਾਸੇ ਪੰਜਾਬ ਬੰਦ ਦਾ ਵੀ ਸੱਦਾ ਦਿੱਤਾ ਗਿਆ। ਉਸ ਬੰਦ ਨੂੰ ਕਿੰਨਾ ਹੁੰਗਾਰਾ ਮਿਲਦਾ ਹੈ ਇਹ ਵੀ ਦੇਖਣ ਵਾਲੀ ਗੱਲ ਹੋਏਗੀ। ਔਰ ਕੱਲ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੌਰਾ ਹੈ, ਉਹਨਾਂ ਨੇ ਬਿਆਸ ਦੇ ਵਿੱਚ ਡੇਰਾ ਬਿਆਸ ਮੁਖੀ ਦੇ ਨਾਲ ਮੁਲਾਕਾਤ ਕਰਨੀ ਔਰ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਖਾਸ ਤੌਰ ਤੇ ਉਸ ਜ਼ਿਲ੍ਹੇ ਦੇ ਵਿੱਚ ਜਿੱਥੇ ਪ੍ਰਧਾਨ ਮੰਤਰੀ ਨੇ ਪਹੁੰਚਣਾ ਹੈ ਔਰ ਉਸ ਜ਼ਿਲ੍ਹੇ ਦੇ ਵਿੱਚ ਇੱਕ ਵੱਡੀ ਘਟਨਾ ਵਾਪਰ ਜਾਂਦੀ ਹੈ। ਤਾਂ ਹੁਣ ਡੀਜੀਪੀ ਨੇ ਜੋ ਪੰਜਾਬ ਦੇ ਉਹ ਵੀ ਇਸ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਪੂਰਾ ਇੱਥੋਂ ਦਾ ਜਾਇਜ਼ਾ ਲੈਣਗੇ। ਸੰਬੰਧਤ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਨਾਲ ਗੱਲਬਾਤ ਉਹਨਾਂ ਵੱਲੋਂ ਕੀਤੀ ਜਾਣੀ ਹੈ। ਜਿੱਥੋਂ ਤੱਕ ਕਾਰਵਾਈ ਦੀ ਗੱਲ ਹੈ ਤਾਂ ਥਾਣਾ ਸਦਰ ਦੇ ਵਿੱਚ ਧਾਰਾ 302 ਦੇ ਤਹਿਤ ਸੰਦੀਪ ਸਿੰਘ ਦੇ ਖਿਲਾਫ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਗਿਆ। ਤਾਂ ਹੁਣ ਪੁਲਿਸ ਕਮਿਸ਼ਨਰ ਦੇ ਨਾਲ ਜਾਂ ਹੋਰ ਜਿਹੜੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਡੀਜੀਪੀ, ਕਿਉਂਕਿ ਹੁਣ ਤੱਕ ਜਿਹੜੀ ਜਾਣਕਾਰੀ ਉਹਨਾਂ ਦੇ ਨਾਲ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਉਸ ਨੂੰ ਤਾਂ ਉਹਨਾਂ ਨੇ ਜੋ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ, ਪਰ ਮੌਕੇ ਤੇ ਪਹੁੰਚਣ ਤੋਂ ਬਾਅਦ ਕਿਉਂਕਿ ਜਦੋਂ ਸਪੌਟ ਤੇ ਜਾ ਕੇ ਜਾਇਜ਼ਾ ਲਿਆ ਜਾਂਦਾ ਤਾਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਬਾਰੇ ਫੋਨ ਤੇ ਜਾਂ ਜਦੋਂ ਅਸੀਂ ਕਿਸੇ ਜੋ ਤਾਲਮੇਲ ਕਰਦੇ ਤਾਂ ਉਹ ਕਈ ਵਾਰ ਉਹ ਚੀਜ਼ਾਂ ਸਪਸ਼ਟ ਨਹੀਂ ਹੁੰਦੀਆਂ। ਤਾਂ ਮੰਦਿਰ ਦੇ ਠੀਕ ਬਾਹਰ ਔਰ ਕੁਝ ਦੂਰੀ ਤੇ ਜਿੱਥੇ ਉਸ ਸ਼ਖਸ ਦੀ ਦੁਕਾਨ ਸੀ ਉੱਥੋਂ ਉਹ ਉੱਠ ਕੇ ਉੱਥੇ ਪਹੁੰਚਦਾ ਜਿੱਥੇ ਧਰਨਾ ਚੱਲ ਰਿਹਾ ਸੀ ਔਰ ਉੱਥੇ ਜਾ ਕੇ ਤਾਬੜਤੋੜ ਫਾਇਰਿੰਗ ਕਰ ਦਿੱਤੀ ਜਾਂਦੀ ਹੈ। ਸੁਧੀਰ ਸੂਰੀ ਨੂੰ ਟਾਰਗੇਟ ਕੀਤਾ ਜਾਂਦਾ ਹੈ ਔਰ ਉਹਨਾਂ ਦੀ ਮੌਤ ਤੋਂ ਬਾਅਦ ਇੱਥੇ ਇੱਕਦਮ ਅਫਰਾ ਤਫਰੀ ਦਾ ਮਾਹੌਲ ਬਣਦਾ ਹੈ। ਹਾਲਾਂਕਿ ਹੁਣ ਰਾਤ ਦਾ ਸਮਾਂ ਲੋਕ ਅਕਸਰ ਵੈਸੇ ਜੇਕਰ ਅਮੂਮਨ ਅਸੀਂ ਗੱਲ ਕਰੀਏ ਤਾਂ ਆਮ ਦਿਨਾਂ ਦੇ ਵਿੱਚ ਜਿੱਥੇ ਕਾਫੀ ਚਹਿਲ ਪਹਿਲ ਨਜ਼ਰ ਆਉਂਦੀ ਸੀ ਜਿਹੜੀ ਕਿ ਅੱਜ ਇਸ ਘਟਨਾ ਤੋਂ ਬਾਅਦ ਨਜ਼ਰ ਨਹੀਂ ਆ ਰਹੀ। ਤਾਂ ਹੁਣ ਪਰਿਵਾਰ ਦੀ ਜਿਹੜੀ ਮੰਗ ਹੈ ਉਸ ਤੇ ਸਰਕਾਰ ਕੀ ਗੌਰ ਕਰਦੀ ਹੈ ਕਿ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਹੈ। ਲਾਜ਼ਮੀ ਤੌਰ ਤੇ ਸਰਕਾਰ ਨੂੰ ਇਸ ਦਰਜੇ ਬਾਰੇ ਹੁਣ ਸੋਚਣਾ ਪਵੇਗਾ ਕਿਉਂਕਿ ਪਰਿਵਾਰ ਦੀ ਮੰਗ ਹੈ। ਨਹੀਂ ਤਾਂ ਪਰਿਵਾਰ ਦਾ ਕਹਿਣਾ ਕਿ ਉਦੋਂ ਤੱਕ ਅਸੀਂ ਸੁਧੀਰ ਸੂਰੀ ਦਾ ਪੋਸਟਮਾਰਟਮ ਵੀ ਨਹੀਂ ਕਰਾਂਗੇ। ਤਾਂ ਜੇਕਰ ਪੋਸਟਮਾਰਟਮ ਨਹੀਂ ਹੁੰਦਾ ਤਾਂ ਲਾਜ਼ਮੀ ਤੌਰ ਤੇ ਅੰਤਿਮ ਸੰਸਕਾਰ ਕਰਨ ਦੇ ਵਿੱਚ ਵੀ ਦੇਰੀ ਹੋ ਸਕਦੀ ਹੈ। ਜੀ ਗੌਰਵ, ਸ਼ੁਕਰੀਆ ਰਾਜੀਵ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਲਾਜ਼ਮੀ ਤੌਰ ਤੇ ਜਿਸ ਤਰੀਕੇ ਨਾਲ ਇਸ ਸਮੇਂ ਪਰਿਵਾਰ ਕਹਿ ਰਿਹਾ ਹੈ, ਪਰ ਦੂਜੇ ਪਾਸੇ ਦਰਜਾ ਜੋ ਸ਼ਹੀਦ ਦਾ ਦਿੱਤਾ ਜਾਂਦਾ ਹੈ ਉਹ ਵੀ ਕਾਨੂੰਨ ਦੇ ਮੁਤਾਬਕ ਹੈ, ਉਹ ਵੀ ਇੱਕ ਪੈਮਾਨਾ ਹੁੰਦਾ ਹੈ। ਤਾਂ ਸਰਕਾਰ ਦੇ ਕੋਲ ਕੀ ਵਾਕਈ ਅਜਿਹਾ ਕੋਈ ਬਦਲ ਹੈ ਕਿ ਜਿਸ ਦੇ ਨਾਲ ਉਹ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਦੇ ਦੇਣ? ਖੈਰ ਇਸ ਦੇ ਉੱਤੇ ਪ੍ਰਸ਼ਾਸਨ ਸਰਕਾਰ ਕੀ ਕੁਝ ਕਰਦਾ ਹੈ ਜਾਂ ਕਹਿੰਦਾ ਹੈ ਫਿਰ ਉਸ ਦੇ ਉੱਤੇ ਵੀ ਨਜ਼ਰ ਰਹੇਗੀ। ਪਰ ਅਸੀਂ ਜ਼ਿਕਰ ਕਰ ਰਹੇ ਹਾਂ ਫਾਈਲ ਦਾ, ਜ਼ਿਕਰ ਕਰ ਰਹੇ ਹਾਂ ਉਹਨਾਂ ਤਸਵੀਰਾਂ ਦਾ ਜਿਹੜੀਆਂ ਤਸਵੀਰਾਂ ਸੰਦੀਪ ਸਨੀ ਜਿਸ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਦੀ ਗੱਡੀ ਦੇ ਵਿੱਚੋਂ ਬਰਾਮਦ ਕੀਤੀਆਂ ਗਈਆਂ ਨੇ। ਤਾਂ ਇੱਕ ਇੱਕ ਕਰਕੇ ਤਸਵੀਰ ਤੁਹਾਨੂੰ ਦਿਖਾਵਾਂਗੇ। 10 ਤਸਵੀਰਾਂ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਤੇ ਇਹਨਾਂ 10 ਤਸਵੀਰਾਂ ਦੇ ਵਿੱਚ ਕਿਸ ਕਿਸ ਦਾ ਨਾਮ ਹੈ,
ਤਸਵੀਰ ਦੇ ਵਿੱਚ ਕੌਣ ਹੈ, ਲਿਖਿਆ ਕੀ ਕੁਝ ਹੈ, ਚੰਗੀ ਤਰ੍ਹਾਂ ਬਹੁਤ ਤਫਸੀਲ ਦੇ ਨਾਲ ਤੁਹਾਡੇ ਤੱਕ ਪਹੁੰਚਾਵਾਂਗੇ। ਪਹਿਲੀ ਤਸਵੀਰ ਦੇ ਵਿੱਚ ਜੋ ਨਜ਼ਰ ਆ ਰਿਹਾ 29 ਮਈ ਪਟਿਆਲਾ, 29 ਮਈ ਨੂੰ ਪਟਿਆਲਾ ਦੇ ਵਿੱਚ ਜੋ ਘਟਨਾਕ੍ਰਮ ਵਾਪਰਿਆ ਸੀ ਔਰ ਉਸ ਦਾ ਜ਼ਿਕਰ ਕੀਤਾ ਗਿਆ। 29 ਮਈ ਪਟਿਆਲਾ ਕਾਂਡ ਮਾਮਲੇ ਦੇ ਵਿੱਚ ਪੁਲਿਸ ਮੁੜ ਚੁੱਕਿਆ ਗੁਰਸੇਵਕ ਸਿੰਘ ਭਾਣਾ, ਆਖਿਰ ਕਿਉਂ ਸਿੰਘ ਹੀ ਨੇ ਪੰਜਾਬ ਪੁਲਿਸ ਦੇ ਨਿਸ਼ਾਨੇ ਤੇ। ਕੁਝ ਇਸ ਤਰੀਕੇ ਦੀਆਂ ਕਟਿੰਗਸ ਨੇ ਕਿ ਕੁਝ ਸੋਸ਼ਲ ਸਾਈਟਸ ਦੇ ਉੱਤੇ ਇਸ ਤਰੀਕੇ ਨਾਲ ਭੜਕਾਊ ਸਟੇਟਮੈਂਟਸ ਲਗਾ ਦਿੱਤੀਆਂ ਜਾਂਦੀਆਂ ਨੇ, ਜਿਸ ਦੇ ਵਿੱਚ ਇਹ ਜ਼ਿਕਰ ਕਰ ਦਿੱਤਾ ਜਾਂਦਾ ਹੈ ਕਿ ਇੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਇਹ ਪਹਿਲੀ ਉਸ ਪੂਰੀ ਦਸਤਾਵੇਜ਼, ਉਸ ਪੂਰੀ ਫਾਈਲ ਦਾ ਇਹ ਪਹਿਲਾ ਪੰਨਾ ਹੈ। ਕੁਝ ਪੰਨੇ ਨੇ, ਇੱਕ ਕਰਕੇ ਪੰਨੇ ਦਿਖਾਵਾਂਗਾ ਮੈਂ ਤੁਹਾਨੂੰ। ਤਾਂ ਇਸ ਪੰਨੇ ਦੇ ਉੱਤੇ ਇੱਕ ਪਾਸੇ ਜੋ ਘਟਨਾਕ੍ਰਮ ਹੋਇਆ ਸੀ ਪਟਿਆਲਾ ਦੇ ਵਿੱਚ ਕਾਲੀ ਮਾਤਾ ਮੰਦਿਰ ਦੇ ਬਾਹਰ, 29 ਮਈ ਨਹੀਂ ਸੀ, ਉਸ ਤੋਂ ਪਹਿਲਾਂ ਹੋਇਆ ਸੀ। ਔਰ ਉਸ ਤੋਂ ਬਾਅਦ ਅਗਲੀ ਤਸਵੀਰ ਦੇ ਵਿੱਚ ਕੁਝ ਲਿਖਿਆ ਹੋਇਆ ਹੈ। ਔਰ ਇਹ ਤਸਵੀਰ ਜੇ ਸਾਡੇ ਦਰਸ਼ਕ ਦੇਖ ਪਾਣ ਧਿਆਨ ਦੇ ਨਾਲ ਮੇਰੀ ਸਕਰੀਨ ਦੇ ਉੱਤੇ, ਹਾਲਾਂਕਿ ਬਲੈਕ ਐਂਡ ਵਾਈਟ ਤਸਵੀਰ ਹੈ, ਮੈਂ ਇੱਕ ਵਾਰ ਜ਼ਰੂਰ ਕਹਾਂਗਾ ਕਿ ਸਕਰੀਨ ਦੇ ਉੱਤੇ ਅਸੀਂ ਦਿਖਾ ਸਕੀਏ। ਇਸ ਤਸਵੀਰ ਹੈ ਬਲੈਕ ਐਂਡ ਵਾਈਟ ਤਸਵੀਰ ਹੈ, ਇਸ ਕਰਕੇ ਬਹੁਤ ਕਲੀਅਰ ਤੁਹਾਨੂੰ ਸ਼ਾਇਦ ਨਜ਼ਰ ਨਹੀਂ ਆ ਰਹੀ, ਪਰ ਇਹ ਤਸਵੀਰ ਹੈ ਪਾਸਟਰ ਦੀ। ਜੀ ਹਾਂ, ਈਸਾਈ ਭਾਈਚਾਰੇ ਦੇ ਨਾਲ ਜੁੜੇ ਹੋਏ ਬਿਲਕੁਲ ਉਹ ਤਸਵੀਰ ਦੇ ਉੱਪਰ ਕ੍ਰਾਸ ਕੀਤਾ ਗਿਆ ਹੈ, ਉਸ ਤਸਵੀਰ ਦੇ ਉੱਤੇ ਕਾਂਟਾ ਮਾਰਿਆ ਗਿਆ ਹੈ। ਇੱਕ ਹੋਰ ਤਸਵੀਰ ਹੈ ਜੋ ਪੜਨ ਲਾਇਕ ਹੈ, ਜਿਸ ਦੇ ਵਿੱਚ ਨਜ਼ਰ ਆ ਰਿਹਾ ਹੈ ਅਰਦਾਸ ਚ ਕੀਤੇ ਬਾਬਿਆਂ ਦੇ ਨਾਮ ਦਰਜ। ਤਾਂ ਕੁਝ ਇਸ ਤਰੀਕੇ ਹੈ। ਪੂਰੀ ਅਰਦਾਸ ਦੀ ਵੀਡੀਓ ਦੇਖੋ ਤੇ ਤੁਹਾਡੀ ਵੀ ਉੱਡ ਜਾਣਗੇ ਹੋਸ਼। ਤੇ ਇਸ ਤਰੀਕੇ ਦੀਆਂ ਸਟੇਟਮੈਂਟਸ ਨੇ ਜਿਹੜੀਆਂ ਲਗਾਈਆਂ ਹੁੰਦੀਆਂ ਨੇ। ਅੱਗੇ ਵਧਦੇ ਹਾਂ, ਖਬਰ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਤਸਵੀਰਾਂ ਜਾਂ ਪੂਰੇ ਦਸਤਾਵੇਜ਼ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ। ਤਸਵੀਰ ਨੰਬਰ 2 ਦੇ ਵਿੱਚ ਕੀ ਹੈ ਉਹ ਤੁਹਾਨੂੰ ਦਿਖਾਣੇ ਆ। ਬਹੁਤ ਸਾਰੀਆਂ ਤਸਵੀਰਾਂ ਇਸ ਸਮੇਂ ਬਲਰ ਨਜ਼ਰ ਆਉਂਦੀਆਂ ਨੇ, ਯਾਨੀ ਕਿ ਧੁੰਦਲੀਆਂ ਨੇ, ਬਹੁਤ ਕਲੀਅਰ ਪਿਕਚਰ ਦੇ ਵਿੱਚ ਨਜ਼ਰ ਨਹੀਂ ਆਉਂਦਾ। ਪਰ ਇਹ ਤਸਵੀਰ ਜਿਹੜੀ ਉੱਪਰ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ, ਇਹ ਬਹੁਤ ਗੌਰ ਨਾਲ ਦੇਖਾਂ ਤਾਂ ਇਹ ਤਸਵੀਰ ਕਿਸਾਨ ਅੰਦੋਲਨ ਦੇ ਦੌਰਾਨ ਸੁਨਾਮ ਨੇੜੇ ਇੱਕ ਜੋ ਨੌਜਵਾਨ ਸੀ ਉਸ ਦੀ ਤਸਵੀਰ ਹੈ। ਕਿਸਾਨ ਅੰਦੋਲਨ ਦੇ ਦੌਰਾਨ ਜਿਸ ਦੇ ਸਿਰ ਦੇ ਉੱਤੇ ਸੱਟ ਲੱਗੀ ਸੀ, ਲਹੂ ਵਗ ਰਿਹਾ ਸੀ, ਵਾਲ ਖੁੱਲੇ ਹੋਏ ਸਨ, ਤਾਂ ਉਸ ਸਮੇਂ ਦੀ ਤਸਵੀਰ ਨਜ਼ਰ ਆ ਰਹੀ ਹੈ। ਔਰ ਕੁਝ ਜਿਨ੍ਹਾਂ ਦੀ ਮੌਤ ਹੋਈ ਹੈ RIP ਲਿਖ ਕੇ, ਰੈਸਟ ਇਨ ਪੀਸ ਲਿਖ ਕੇ ਲਗਾਇਆ ਗਿਆ ਹੈ। ਕੁਝ ਹੋਰ ਤਸਵੀਰਾਂ ਵੀ ਨਜ਼ਰ ਆ ਰਹੀਆਂ ਨੇ, ਹਾਲਾਂਕਿ ਥੋੜੀਆਂ ਜਿਹੀਆਂ ਧੁੰਦਲੀਆਂ ਤਸਵੀਰਾਂ ਨੇ, ਬਹੁਤ ਕਲੀਅਰ ਨਜ਼ਰ ਨਹੀਂ ਆਉਂਦੀਆਂ। ਅੱਗੇ ਵਧਦੇ ਤੇ ਖਬਰ ਦੇ ਵਿੱਚ ਹੁਣ ਤੀਜੀ ਤਸਵੀਰ ਤੁਹਾਨੂੰ ਦਿਖਾਵਾਂਗੇ। ਅੱਗੇ ਬਹੁਤ ਸਾਰੀਆਂ ਪਿਕਚਰਸ ਨੇ, ਕਿਸ ਦਾ ਨਾਮ ਹੈ। ਗੁਰਮੀਤ ਰਾਮ ਰਹੀਮ ਦੀ ਤਸਵੀਰ ਹੈ, MS ਬਿੱਟਾ ਦੀ ਤਸਵੀਰ ਹੈ, ਹਰੀਸ਼ ਸਿੰਗਲਾ ਦੀ ਤਸਵੀਰ ਹੈ, ਕੁਝ ਹੋਰ ਤਸਵੀਰਾਂ ਵੀ ਨੇ, ਉਹ ਵੀ ਅੱਗੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਪਰ ਇਹ ਤਸਵੀਰ ਤੁਸੀਂ ਦੇਖੋ ਜੋ ਮੈਂ ਹਰੀਸ਼ ਸਿੰਗਲਾ ਦਾ ਜ਼ਿਕਰ ਕਰ ਰਿਹਾ ਸੀ, ਹਰੀਸ਼ ਸਿੰਗਲਾ ਦੀ ਤਸਵੀਰ ਨਜ਼ਰ ਆ ਰਹੀ ਹੈ ਇਸ ਦੇ ਵਿੱਚ। ਮੈਂ ਵਾਰ-ਵਾਰ ਕਹਿ ਰਿਹਾ ਕਿ ਇਹ ਜਿਹੜੀਆਂ ਪੂਰੀਆਂ ਕਟਿੰਗਸ ਨੇ, ਕਿਸੇ YouTube ਤੋਂ ਜਿਵੇਂ ਕੋਈ ਵੀਡੀਓ ਅਪਲੋਡ ਕੀਤੀ ਗਈ ਹੁੰਦੀ ਹੈ ਤਾਂ ਉਸ ਵੀਡੀਓ ਦੀਆਂ ਸਕਰੀਨਸ਼ਾਟ ਲੈ ਕੇ ਪ੍ਰਿੰਟ ਕੱਢ ਲਿਆ ਗਿਆ, ਉਸ ਤੋਂ ਬਾਅਦ ਜਾਂ ਕੋਈ ਮੈਗਜ਼ੀਨ ਹੈ ਜਾਂ ਕੋਈ ਹੋਰ ਅਖਬਾਰ ਦੀ ਕਟਿੰਗ ਜਿਵੇਂ ਹੁੰਦੀ ਹੈ ਉਸ ਤਰੀਕੇ ਨਾਲ, ਜਾਂ ਕੋਈ ਪੋਸਟਰ ਬੈਨਰ ਦੇਖ ਲਿਆ, ਉਸ ਦੀ ਕਾਪੀ ਸੰਭਾਲੀ ਗਈ। ਤਾਂ ਹਰੀਸ਼ ਸਿੰਗਲਾ ਦੀ ਤਸਵੀਰ। ਹਰੀਸ਼ ਸਿੰਗਲਾ ਕੌਣ ਹੈ? ਹਰੀਸ਼ ਸਿੰਗਲਾ ਪਟਿਆਲਾ ਜਦੋਂ ਪੂਰਾ ਘਟਨਾਕ੍ਰਮ ਵਾਪਰਿਆ ਪਟਿਆਲਾ ਦੇ ਵਿੱਚ ਕਾਲੀ ਮਾਤਾ ਮੰਦਿਰ ਦੇ ਬਾਹਰ, ਤਾਂ ਉਸ ਸਮੇਂ ਹਰੀਸ਼ ਸਿੰਗਲਾ ਦੇ ਉੱਤੇ ਇਲਜ਼ਾਮ ਸੀ ਕਿ ਇੱਕ ਪਾਸੇ ਸੀ ਹਰੀਸ਼ ਸਿੰਗਲਾ ਤੇ ਦੂਜੇ ਪਾਸੇ ਦੂਜਾ ਸ਼ਖਸ ਸੀ ਪਰਵਾਨਾ, ਜਿਨ੍ਹਾਂ ਦਾ ਨਾਮ ਹੈ। ਤਾਂ ਦੋਵੇਂ ਆਪਸ ਦੇ ਵਿੱਚ ਉਲਝ ਰਹੇ ਸੀ ਤੇ ਉੱਥੇ ਭੀੜ ਇਕੱਠੀ ਹੋ ਗਈ ਤੇ ਆਮੋ ਸਾਹਮਣੇ ਹੋ ਗਏ। ਹਰੀਸ਼ ਸਿੰਗਲਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਬਾਅਦ ਚ ਜ਼ਮਾਨਤ ਮਿਲ ਗਈ ਸੀ। ਇਹ ਵੀ ਸ਼ਿਵ ਸੈਨਾ ਦੀ ਇੱਕ ਵਿੰਗ ਦੇ ਨਾਲ ਜੁੜੇ ਹੋਏ ਦੱਸੇ ਜਾਂਦੇ ਨੇ। ਉਸ ਤੋਂ ਬਾਅਦ ਕੁਝ ਹੋਰ ਤਸਵੀਰਾਂ ਵੀ ਨੇ, ਬੰਦੀ ਸਿੰਘਾਂ ਦਾ ਜ਼ਿਕਰ ਇੱਥੇ ਵੀ ਕੀਤਾ ਗਿਆ ਹੈ ਔਰ ਅੱਗੇ ਵੀ ਕੁਝ ਤਸਵੀਰਾਂ ਨੇ, ਥੋੜੀ ਜਿਹੀ ਧੁੰਦਲੀ ਹੈ। ਅੱਗੇ ਵਧਦੇ ਤਸਵੀਰ ਨੰਬਰ 4 ਤੁਹਾਨੂੰ ਦਿਖਾਵਾਂਗੇ। ਚੌਥੀ ਤਸਵੀਰ ਦੇ ਵਿੱਚ ਕੀ ਹੈ? ਚੌਥੀ ਤਸਵੀਰ ਦੇ ਵਿੱਚ ਕਿਸ ਦੀ ਤਸਵੀਰ ਹੈ? ਜੋ ਮੈਂ ਜ਼ਿਕਰ ਕਰ ਰਿਹਾ ਸੀ, ਰਾਮ ਰਹੀਮ ਦੀ ਤਸਵੀਰ ਵੀ ਇੱਥੇ ਹੈਗੀ ਹੈ। ਅੱਗੇ ਹੋਰ ਰਾਮ ਰਹੀਮ ਦੀ ਤਸਵੀਰ। ਤਾਂ ਅਗਲੀ ਚੌਥੀ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਉਹ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆਏਗੀ। ਤਾਂ ਮੈਂ ਅਗਲੀ ਤਸਵੀਰ ਲੈ ਕੇ ਆ ਰਹੇ ਹਾਂ ਤੇ ਇਸ ਤਸਵੀਰ ਦੇ ਵਿੱਚ ਕੀ ਕੁਝ ਖਾਸ ਆ ਉਹ ਤੁਹਾਨੂੰ ਦਿਖਾਵਾਂਗੇ। ਪਰ ਇਸ ਸਭ ਦੇ ਵਿਚਾਲੇ ਰੁਕ ਕਰਦੇ ਹਾਂ ਅੰਮ੍ਰਿਤਸਰ ਦਾ, ਜਿੱਥੇ ਫੋਰੈਂਸਿਕ ਟੀਮ ਪਹੁੰਚੀ ਹੋਈ ਹੈ ਤੇ ਫੋਰੈਂਸਿਕ ਟੀਮ ਦੇ ਵੱਲੋਂ ਜਿਹੜੇ ਦਸਤਾਵੇਜ਼ ਨੇ ਜਾਂ ਹੋਰ ਚੀਜ਼ਾਂ ਨੇ ਆਪਣੇ ਕਬਜ਼ੇ ਦੇ ਵਿੱਚ ਲਈਆਂ ਜਾ ਰਹੇ ਨੇ ਔਰ ਉੱਥੇ ਪੂਰੀ ਘੋਖ ਕਰਨ ਦੀ ਇਸ ਸਮੇਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਸਮੇਂ। ਤਸਵੀਰਾਂ ਨੂੰ ਅਸੀਂ ਅੱਗੇ ਵੀ ਡਿਟੇਲ ਕਰਾਂਗੇ।
ਤਾਂ ਤਸਵੀਰਾਂ ਅੱਗੇ ਵੀ ਤੁਹਾਨੂੰ ਡਿਟੇਲ ਕਰਾਂਗੇ, ਪਰ ਇਸ ਸਭ ਦੇ ਵਿਚਾਲੇ ਜਿਹੜੀ ਫੋਰੈਂਸਿਕ ਟੀਮ ਪਹੁੰਚੀ ਹੋਈ ਹੈ ਮੌਕੇ ਦੇ ਉੱਤੇ, ਉੱਥੇ ਜਾ ਕੇ ਇਸ ਸਮੇਂ ਜ਼ਰੂਰ ਕਿਉਂਕਿ ਵੱਖ-ਵੱਖ ਟੀਮਾਂ ਪਹੁੰਚਣਗੀਆਂ ਤੇ ਘੋਖ ਕੀਤੀ ਜਾਵੇਗੀ। ਬਹੁਤ ਵੱਡਾ ਮਾਮਲਾ, ਗੰਭੀਰ ਮਸਲਾ ਆਪਣੇ ਆਪ ਦੇ ਵਿੱਚ, ਜਿਹੜੀ ਕਮਿਊਨਲ ਇਸ ਸਮੇਂ ਪੰਜਾਬ ਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਸੰਪਰਦਾਇਕ ਤਣਾਅ ਦੀ, ਉਸ ਦੇ ਖਿਲਾਫ ਹਰ ਇੱਕ ਤੱਥ ਲੋਕਾਂ ਦੇ ਲਿਆ ਕੇ ਸਾਹਮਣੇ ਰੱਖਣਾ ਲਾਜ਼ਮੀ ਤੌਰ ਤੇ ਜ਼ਰੂਰੀ ਹੈ। ਔਰ ਮੁਲਜ਼ਮ ਦੀ ਗੱਡੀ ਦੇ ਵਿੱਚ ਜਿਹੜੀਆਂ ਨਿਊਜ਼ ਕਟਿੰਗਸ ਮਿਲੀਆਂ ਨੇ ਉਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਉਹੀ ਤਸਵੀਰਾਂ ਨੇ ਜਿਹੜੀਆਂ ਦੇਖੀਆਂ ਜਾ ਰਹੀਆਂ ਨੇ, ਫੋਰੈਂਸਿਕ ਟੀਮ ਉੱਥੇ ਪਹੁੰਚੀ ਹੋਈ ਹੈ ਉਹਨਾਂ ਦੇ ਵੱਲੋਂ। ਤਾਂ ਅਸੀਂ ਤਸਵੀਰਾਂ ਉੱਥੋਂ ਜਿਹੜੀ ਫੋਰੈਂਸਿਕ ਟੀਮ ਪਹੁੰਚੀ ਹੋਈ ਹੈ ਉਹਨਾਂ ਦੀ ਵੀ ਤਸਵੀਰਾਂ ਲਗਾਤਾਰ ਦਿਖਾਵਾਂਗੇ, ਪਰ ਇਸ ਸਭ ਦੇ ਵਿਚਾਲੇ ਜੋ ਤਸਵੀਰਾਂ ਦਾ ਮੈਂ ਜ਼ਿਕਰ ਕਰ ਰਿਹਾ ਸੀ, ਅਗਲੀ ਤਸਵੀਰ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਇੱਥੇ ਵੀ ਆਏਗੀ, ਉਸ ਦਾ ਮੈਂ ਜ਼ਿਕਰ ਕਰਾਂਗਾ। ਔਰ ਇਹ ਤਸਵੀਰਾਂ ਨਜ਼ਰ ਆ ਰਹੀਆਂ ਨੇ। ਇਸ ਤਸਵੀਰ ਦੇ ਵਿੱਚ ਲਿਖਿਆ ਕਿ ਸਿੱਖ ਕੁੜੀ, ਬਲਰ ਤਸਵੀਰ ਹੈ, ਥੋੜੀ ਧੁੰਦਲੀ, ਔਰ ਧਰਮ ਪਰਿਵਰਤਨ ਦੇ ਉੱਤੇ ਹੈ ਕਿ ਉਸਦਾ ਧਰਮ ਪਰਿਵਰਤਨ ਕਰਵਾ ਦਿੱਤਾ ਗਿਆ, ਉਸਦੀ ਇੱਕ ਕਟਿੰਗ ਨਜ਼ਰ ਆ ਰਹੀ ਹੈ। ਔਰ ਧਰਮ ਪਰਿਵਰਤਨ ਦੇ ਖਿਲਾਫ ਵੱਖ-ਵੱਖ ਤਸਵੀਰਾਂ ਨੇ, ਯਾਨੀ ਈਸਾਈ ਭਾਈਚਾਰੇ ਨੂੰ ਲੈ ਕੇ ਇੱਕ ਜਿਹੜੀ ਇਲਜ਼ਾਮ ਲੱਗਦੇ ਰਹੇ ਨੇ, ਖਾਸ ਤੌਰ ਤੇ ਜਿਹੜੇ ਪਾਸਟਰਸ ਨੇ ਉਹਨਾਂ ਦੇ ਖਿਲਾਫ, ਤਾਂ ਉਸ ਦਾ ਜ਼ਿਕਰ ਇੱਥੇ ਜ਼ਰੂਰ ਕੀਤਾ ਜਾ ਰਿਹਾ ਹੈ। ਕੋਈ ਖੂਨਦਾਨ ਕੈਂਪ ਲੱਗਿਆ ਸੀ, ਉਸ ਦੇ ਉੱਤੇ ਵੀ ਕ੍ਰਾਸ ਮਾਰਿਆ ਗਿਆ, ਜਿਸ ਦਾ ਇੱਕ ਪੋਸਟਰ ਜਾਂ ਬੈਨਰ ਨਜ਼ਰ ਆਉਂਦਾ ਹੈ। ਅੱਗੇ ਵਧਦੇ ਅਗਲੀ ਤਸਵੀਰ ਦਾ ਰੁਖ ਕਰਾਂਗਾ। ਪੰਜਵੀਂ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਪੰਜਵੀਂ ਤਸਵੀਰ ਦੇ ਵਿੱਚ ਕੀ ਕੁਝ ਖਾਸ ਹੈ? ਪੰਜਵੀਂ ਤਸਵੀਰ ਦੇ ਵਿੱਚ ਰਾਮ ਰਹੀਮ ਦੀ ਤਸਵੀਰ ਹੈ ਤੇ ਲਿਖਿਆ ਗਿਆ ਬਲਾਤਕਾਰੀ ਸਾਧ ਵਰਸਸ ਬੰਦੀ ਸਿੰਘ। ਤਾਂ ਇਹ ਤਸਵੀਰ ਦੇ ਵਿੱਚ ਕਿਉਂਕਿ ਗੁਰਮੀਤ ਰਾਮ ਰਹੀਮ ਦੇ ਉੱਤੇ ਇਲਜ਼ਾਮ ਨੇ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ ਦੇ ਵਿੱਚ, ਪਰ 40 ਦਿਨਾਂ ਦੀ ਪੈਰੋਲ ਮਿਲਦੀ ਹੈ ਤੇ ਬੰਦੀ ਸਿੰਘਾਂ ਨੂੰ ਲੈ ਕੇ ਪੈਰੋਲ ਤੇ ਦੋਵੇਂ ਆਪਸ ਦੇ ਵਿੱਚ ਜੋੜ ਕੇ ਪਹਿਲਾਂ ਵੀ ਵੱਖ-ਵੱਖ ਜਥੇਬੰਦੀਆਂ ਨੇ ਸਵਾਲ ਚੁੱਕੇ ਨੇ ਤੇ ਕੁਝ ਉਸ ਤਰੀਕੇ ਦੀ ਕਟਿੰਗ ਇੱਥੇ ਵੀ ਨਜ਼ਰ ਆ ਰਹੀ ਹੈ। ਅਗਲੇ ਜਿਹੜੀ ਤਸਵੀਰ ਆ ਉਸ ਦੇ ਵਿੱਚ ਲਿਖਿਆ ਗਿਆ ਹੈ ਸੇਵਾਦਾਰ। ਫਿਰ ਕੁਝ ਜਿਹੜੀਆਂ ਧੁੰਦਲੀਆਂ ਤਸਵੀਰਾਂ ਨੇ, ਬਿਲਕੁਲ ਕਲੀਅਰ ਨਜ਼ਰ ਨਹੀਂ ਆ ਰਿਹਾ, ਪਰ ਵੱਖ-ਵੱਖ ਕਟਿੰਗਸ ਜ਼ਰੂਰ ਨਜ਼ਰ ਆ ਰਹੀਆਂ ਨੇ। ਇਹਨਾਂ ਤਸਵੀਰਾਂ ਦੇ ਵਿੱਚ ਕਾਮਨ ਕੀ ਹੈ? ਤਸਵੀਰਾਂ ਦੇ ਵਿੱਚ ਕਾਮਨ ਹੈ ਕਿ ਜਿਹੜੀਆਂ ਕੁਝ ਖਬਰਾਂ ਲੱਗੀਆਂ ਕਿ ਸਿੱਖ ਧਰਮ ਦੇ ਵਿਰੋਧ ਕੁਝ ਐਕਟੀਵਿਟੀਜ਼ ਹੋਈਆਂ ਨੇ, ਉਹਨਾਂ ਖਬਰਾਂ ਨੂੰ ਉਹਨਾਂ ਦੀ ਜਾਂ ਤਾਂ ਸਕਰੀਨਸ਼ਾਟ ਲੈ ਕੇ ਜਾਂ ਫਿਰ ਕਿਸੇ ਵੀ ਤਰੀਕੇ ਨਾਲ ਪ੍ਰਿੰਟ ਆਊਟ ਕੱਢ ਕੇ ਉਹਨਾਂ ਨੂੰ ਸੰਭਾਲ ਕੇ ਰੱਖਿਆ ਗਿਆ ਏ। ਇਹਨਾਂ ਤਸਵੀਰਾਂ ਦੇ ਵਿੱਚ ਉਹੀ ਨਜ਼ਰ ਆ ਰਿਹਾ। ਅਗਲੀ ਤਸਵੀਰ ਦਾ ਰੁਖ ਕਰਦੇ ਹਾਂ। ਰਾਮ ਰਹੀਮ ਦੀ ਫੋਟੋ, ਹਰੀਸ਼ ਸਿੰਗਲਾ ਦੀ ਫੋਟੋ, ਹੋਰ ਕਿਹਨਾਂ ਦੀਆਂ ਤਸਵੀਰਾਂ ਉੱਥੇ ਨਜ਼ਰ ਆ ਰਹੀਆਂ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ। ਇੱਕ ਪਾਸਟਰ ਦਾ ਜ਼ਿਕਰ ਹੋ ਰਿਹਾ ਸੀ, ਉਸ ਦੀ ਤਸਵੀਰ ਦੇ ਉੱਤੇ ਕ੍ਰਾਸ ਹੀ ਕਰ ਦਿੱਤਾ ਗਿਆ ਸੀ। ਅਗਲੀ ਤਸਵੀਰ ਆ ਚੁੱਕੀ ਹੈ ਸਕਰੀਨ ਦੇ ਉੱਤੇ, ਤਾਂ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ। ਇੱਥੇ ਵੀ ਉਹੀ ਜ਼ਿਕਰ ਕੀਤਾ ਜਾ ਰਿਹਾ ਹੈ ਔਰ ਰਾਮ ਰਹੀਮ ਦੀ ਵੀ ਇੱਥੇ ਤਸਵੀਰ ਹੈ ਤੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕੋਈ YouTube ਚੈਨਲ ਜਾਂ ਫਿਰ ਕਿਸੇ ਹੋਰ ਪਲੇਟਫਾਰਮ ਦੇ ਉੱਤੇ ਕੋਈ ਗੱਲਬਾਤ ਕਰਦਾ, ਉਸ ਦੀਆਂ ਤਸਵੀਰਾਂ, ਉਸ ਦੀਆਂ ਸਕਰੀਨਸ਼ਾਟ ਲੈ ਕੇ ਰੱਖੇ ਗਏ ਨੇ, ਤਾਂ ਉਹ ਵੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ। ਇੱਥੇ ਕੁਝ ਲਿਖਿਆ ਗਿਆ, ਮੈਂ ਕੋਸ਼ਿਸ਼ ਕਰਦਾ ਕਿ ਪੜ੍ਹ ਸਕਾਂ। ਖਾਲਸੇ, ਥੋੜਾ ਜਿਹਾ ਧੁੰਦਲੀਆਂ ਤਸਵੀਰਾਂ ਨੇ, ਸ਼ਾਇਦ ਨਾ ਪੜੀਆਂ ਜਾਣ, ਔਰ ਇੱਕ ਵਾਰੀ ਕੋਸ਼ਿਸ਼ ਕਰਾਂਗੇ ਕਿ ਪੂਰੀ ਸਕਰੀਨ ਦੇ ਉੱਤੇ ਆਪਣੇ ਦਰਸ਼ਕਾਂ ਤੱਕ ਅਸੀਂ ਜ਼ਰੂਰ ਤਸਵੀਰ ਪਹੁੰਚਾਈਏ। ਤਾਂ ਇਸ ਦੇ ਵਿੱਚ ਜੋ ਲਿਖਿਆ ਹੋਇਆ ਹੈ ਸ਼ਾਇਦ ਤੁਹਾਨੂੰ ਪੜ੍ਹਨ ਦੇ ਵਿੱਚ ਆਸਾਨੀ ਹੋਵੇ। ਤਾਂ ਤਸਵੀਰ ਦੇ ਵਿੱਚ ਗੁਰੂ ਘਰ 'ਚ ਹੀ ਧਮਾਕੇ ਹੋਣ, ਤਾਂ ਕੁਝ ਇਸ ਤਰੀਕੇ ਨਾਲ ਇਹ ਤਸਵੀਰ ਦੇ ਵਿੱਚ ਲਿਖਿਆ ਗਿਆ। ਤਾਂ ਵੱਖ-ਵੱਖ ਤਸਵੀਰਾਂ ਨੇ ਔਰ ਇਹਨਾਂ ਦੇ ਜ਼ਰੀਏ ਹੁਣ ਲਾਜ਼ਮੀ ਤੌਰ ਤੇ ਜਾਂਚ ਅੱਗੇ ਵਧੇਗੀ, ਤਾਂ ਉਸ ਦੇ ਵਿੱਚ ਇੱਕ ਪਾਰਟ ਇਹ ਵੀ ਹੋਏਗਾ ਕਿ ਆਖਿਰ ਕਿਉਂ ਇਸ ਤਰੀਕੇ ਨਾਲ ਤਸਵੀਰਾਂ ਇਕੱਠੀਆਂ ਕੀਤੀਆਂ ਗਈਆਂ, ਗੁੱਸਾ ਕਿਸ ਦੇ ਖਿਲਾਫ ਸੀ, ਕਿ ਵਾਕਈ ਸਿਸਟਮ ਦੇ ਖਿਲਾਫ ਗੁੱਸਾ ਸੀ ਜੋ ਸੁਧੀਰ ਸੂਰੀ ਦੇ ਉੱਤੇ ਨਿਕਲ ਗਿਆ। ਕਿਉਂਕਿ ਸੁਧੀਰ ਸੂਰੀ, ਜੋ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ, ਬਹੁਤ ਸਾਰੀਆਂ ਟਿੱਪਣੀਆਂ ਸੁਧੀਰ ਸੂਰੀ ਦੇ ਵੱਲੋਂ ਕੀਤੀਆਂ ਗਈਆਂ ਜੋ ਲਾਜ਼ਮੀ ਤੌਰ ਤੇ ਨਾਗਵਾਰਾ ਗੁਜ਼ਰੀਆਂ ਨੇ ਬਹੁਤ ਸਾਰੇ ਲੋਕਾਂ ਨੂੰ। ਅਗਲੀ ਤਸਵੀਰ ਦਾ ਰੁਖ ਕਰਦੇ ਹਾਂ। ਅਗਲੀ ਤਸਵੀਰ ਸਕਰੀਨ ਦੇ ਉੱਤੇ ਆਏਗੀ ਇਸ ਤੋਂ ਬਾਅਦ। ਤਾਂ ਅਗਲੀ ਤਸਵੀਰ ਅਸੀਂ ਲੈ ਕੇ ਆ ਰਹੇ ਹਾਂ, ਉਸ ਦੇ ਵਿੱਚ ਕੀ ਕੁਝ ਲਿਖਿਆ ਗਿਆ। ਉਸ ਤਸਵੀਰ ਦਾ ਮੈਂ ਜ਼ਿਕਰ ਲਿਖਿਆ ਗਿਆ ਹੈ, ਹਿੰਦੀ ਮਾਸੀ ਹੈ, ਪੰਜਾਬੀ ਦਾ ਵੀ ਜ਼ਿਕਰ ਕੀਤਾ ਗਿਆ। ਕੁਝ ਟਿੱਪਣੀਆਂ ਭਾਸ਼ਾ ਨੂੰ ਲੈ ਕੇ ਜੋ ਕੀਤੀਆਂ ਗਈਆਂ ਸੀ ਉਸ ਨੂੰ ਲੈ ਕੇ ਹੈ, ਤੇ ਇਹ ਲਿਖਿਆ ਗਿਆ ਕਿ ਹਿੰਦੀ ਮਾਸੀ ਹੈ, ਪੰਜਾਬੀ ਦਾਸੀ ਹੈ, ਮੈਂ ਮੰਨਾ ਹਾਂ, ਅਕਲ ਦਾ ਅੰਨਾ ਹਾਂ। ਇਹ ਇਸ ਤਰੀਕੇ ਦੀ ਕੋਈ ਤਸਵੀਰ ਹੈ, ਉਸ ਦੇ ਉੱਪਰ ਜੋ ਟੈਕਸਟ ਲਿਖਿਆ ਗਿਆ ਹੈ।
ਰਿਹਾ ਕਰੋ ਦੀ ਵੀ ਇੱਕ ਤਸਵੀਰ ਲਗਾਈ ਗਈ ਹੈ, ਰਿਹਾ ਕਰਨ ਦੀ ਮੰਗ ਕੀਤੀ ਗਈ ਹੈ। ਬੰਦੀ ਸਿੰਘਾਂ ਦੇ ਨਾਲ ਜੁੜਿਆ ਹੋਇਆ ਪੂਰਾ ਮਾਮਲਾ ਹੈ। ਅਗਲੀ ਤਸਵੀਰ ਦਿਖਾਉਂਦੇ ਹਾਂ ਤੁਹਾਨੂੰ। ਹੋਰ ਅਗਲੀਆਂ ਕੁਝ ਹੋਰ ਤਸਵੀਰਾਂ ਨੇ ਜਿਹੜੀਆਂ ਵੱਖ-ਵੱਖ ਕਿਹੜੀਆਂ ਤਸਵੀਰਾਂ ਨੇ, ਮੈਂ ਇੱਕ ਵਾਰ ਫਿਰ ਤੋਂ ਸਾਫ਼ ਕਰ ਦਵਾਂ। ਇਹ ਉਹ ਤਸਵੀਰਾਂ ਨੇ ਜਿਹੜੀਆਂ ਸੰਦੀਪ ਸਨੀ ਦੀ ਗੱਡੀ ਦੇ ਵਿੱਚੋਂ ਬਰਾਮਦ ਕੀਤੀਆਂ ਗਈਆਂ ਨੇ। ਸੰਦੀਪ ਸਨੀ ਜਿਸ ਨੇ ਗੋਲੀਆਂ ਮਾਰ ਕੇ ਸੁਧੀਰ ਸੂਰੀ ਦਾ ਕਤਲ ਕਰ ਦਿੱਤਾ, ਉਹ ਉਸਦੇ ਗੱਡੀ ਦੇ ਵਿੱਚੋਂ ਇਹ ਬਰਾਮਦ ਹੋਈਆਂ ਤਸਵੀਰਾਂ ਨੇ। ਤਾਂ ਵੱਖ-ਵੱਖ ਥਾਵਾਂ ਦੇ ਉੱਤੇ ਕਿਉਂਕਿ ਇਹ ਤਸਵੀਰਾਂ ਬਹੁਤ ਧੁੰਦਲੀਆਂ ਨਿਕਲ ਕੇ ਸਾਹਮਣੇ ਆਈਆਂ ਨੇ, ਪ੍ਰਿੰਟ ਆਊਟ ਲੈ ਗਏ ਸੀ, ਫੋਟੋ ਕਾਪੀ ਨਜ਼ਰ ਆਉਂਦੀ ਹੈ, ਬਲੈਕ ਐਂਡ ਵਾਈਟ ਨੇ। ਤਾਂ ਵੱਖ-ਵੱਖ ਥਾਵਾਂ ਦੇ ਉੱਤੇ ਬੰਦੀ ਸਿੰਘਾਂ ਦਾ ਜ਼ਿਕਰ ਜ਼ਰੂਰ ਕੀਤਾ ਗਿਆ ਹੈ ਇਹਨਾਂ ਤਸਵੀਰਾਂ ਦੇ ਵਿੱਚ, ਇਹਨਾਂ ਕਟਿੰਗਸ ਦੇ ਵਿੱਚ। ਉਹੀ ਕਟਿੰਗਸ ਨੇ ਜਿਸ ਦੇ ਵਿੱਚ ਇਹ ਸਿੱਖ ਧਰਮ ਵਿਰੋਧੀ ਕੋਈ ਗਤੀਵਿਧੀ ਹੋਈ ਜਾਂ ਕੋਈ ਸਰਗਰਮੀ ਹੋਈ ਜਾਂ ਫਿਰ ਕਿਸੇ ਥਾਂ ਦੇ ਉੱਤੇ ਲਿਖ ਦਿੱਤਾ ਗਿਆ ਇਨਸਾਫ ਨੂੰ ਲੈ ਕੇ, ਉਹੀ ਕਟਿੰਗਸ ਨੇ, ਹੋਰ ਕੋਈ ਕਟਿੰਗ ਨਹੀਂ ਹੈ। ਅਗਲੀ ਤਸਵੀਰ ਦਾ ਰੁਖ ਕਰਦੇ ਹਾਂ। ਅਗਲੀ ਤਸਵੀਰ ਦੇ ਵਿੱਚ ਕੀ ਕੁਝ ਖਾਸ ਹੈ, ਵੱਖ-ਵੱਖ ਤਸਵੀਰਾਂ ਦਾ ਜ਼ਿਕਰ ਹੋ ਰਿਹਾ ਤੇ ਅਗਲੀ ਤਸਵੀਰ ਕੁਝ ਹੋਰ ਇੱਥੇ ਜ਼ਰੂਰ ਧੁੰਦਲੀ ਨਜ਼ਰ ਆ ਰਹੀ ਹੈ ਤਸਵੀਰ, ਪਰ ਇੱਥੇ ਵੀ ਕੁਝ ਹੋਰ ਹਸਤੀਆਂ ਹੈਗੀਆਂ ਨੇ ਜਿਨ੍ਹਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ। ਇਸ ਤੋਂ ਅਗਲੀ ਤਸਵੀਰ ਦੇ ਉੱਤੇ ਆਵਾਂਗੇ। ਅਗਲੀ ਤਸਵੀਰ ਕਿਹੜੀ ਹੈ ਤਾਂ 10ਵੀਂ ਵੱਡੀ ਖਬਰ ਦੇ ਵਿੱਚ 10ਵੀਂ ਤਸਵੀਰ ਜਿਹਾਂ ਇੱਥੇ ਕੁਝ ਨਜ਼ਰ ਆ ਰਿਹਾ ਹੈ। ਇਹ MS ਬਿੱਟਾ ਦੀ ਤਸਵੀਰ ਹੈ। MS ਬਿੱਟਾ ਖਾਲਿਸਤਾਨੀਆਂ ਨੂੰ ਲੈ ਕੇ, MS ਬਿੱਟਾ ਜਿਹੜੇ ਦੇਸ਼ ਵਿਰੋਧੀ ਅੰਸਰ ਨੇ ਉਹਨਾਂ ਨੂੰ ਲੈ ਕੇ ਬਹੁਤ ਤਲਖ ਟਿੱਪਣੀਆਂ ਕਰਦੇ ਨੇ। ਦਿੱਲੀ ਬੰਬ ਧਮਾਕੇ ਦੇ ਵਿੱਚ ਵਾਲ-ਵਾਲ ਜਾਨ ਬਚੀ ਸੀ ਇਹਨਾਂ ਦੀ, ਤੇ ਉਸ ਤੋਂ ਬਾਅਦ ਤੋਂ ਲਗਾਤਾਰ ਇਹਨਾਂ ਦੇ ਨਿਸ਼ਾਨੇ ਦੇ ਉੱਤੇ ਜਿਹੜੇ ਕੱਟੜਪੰਥੀ ਨੇ ਜਾਂ ਖਾਲਿਸਤਾਨੀ ਨੇ ਜਾਂ ਫਿਰ ਜਿਹੜੇ ਦਹਿਸ਼ਤਗਰਦ ਨੇ ਉਹ ਰਹੇ ਨੇ। ਤਾਂ ਉਸ ਦੀ ਵੀ ਤਸਵੀਰ, MS ਬਿੱਟਾ ਦੀ ਵੀ ਤਸਵੀਰ ਹੈ। ਕੁਝ ਲਿਖਿਆ ਗਿਆ ਉੱਥੇ ਵੀ ਇਸ ਸਮੇਂ ਜ਼ਰੂਰ ਜਿਵੇਂ ਧੁੰਦਲੀਆਂ ਤਸਵੀਰਾਂ ਨੇ ਨਜ਼ਰ ਆ ਰਿਹਾ। ਅਗਲੀ ਤਸਵੀਰ ਦਾ ਰੁਖ ਕਰਾਂਗੇ ਤਾਂ ਉੱਥੇ ਵੀ 4 ਤਸਵੀਰਾਂ ਅਗਲੀਆਂ ਹੋਰ, ਹਰ ਪੇਜ ਦੇ ਉੱਤੇ 4 ਤਸਵੀਰਾਂ ਨੇ ਔਰ ਸਾਰਿਆਂ ਦੇ ਵਿੱਚ ਜਿਹੜਾ ਜ਼ਿਕਰ ਹੈ ਉਹ ਜੋ ਮੈਂ ਜ਼ਿਕਰ ਕਰ ਰਿਹਾ ਸੀ ਕਿ ਜੇਕਰ ਕੋਈ ਕਿਤੇ ਖਬਰ ਮਿਲੀ ਜਿਸ ਦੇ ਵਿੱਚ ਲਿਖਿਆ ਗਿਆ ਕਿ ਸਿੱਖ ਭਾਈਚਾਰੇ ਦੇ ਨਾਲ ਧੱਕਾ ਹੋ ਗਿਆ ਜਾਂ ਸਿੱਖ ਭਾਈਚਾਰੇ ਦੀ ਸੁਣੀ ਨਹੀਂ ਗਈ, ਇਨਸਾਫ ਨਹੀਂ ਹੋਇਆ ਬੰਦੀ ਸਿੰਘਾਂ ਦੇ ਮੁੱਦੇ ਉੱਤੇ, ਅਜਿਹੀਆਂ ਜਿਹੜੀਆਂ ਚੀਜ਼ਾਂ ਨੇ, ਕਟਿੰਗਸ ਨੇ, ਉਹ ਕੱਢ ਕੇ ਰੱਖੀਆਂ ਗਈਆਂ ਨੇ। ਕੁਝ ਹੋਰ ਤਸਵੀਰਾਂ ਨੇ ਉਹ ਵੀ ਦਿਖਾਉਂਦੇ ਆ। ਹੁਣ ਤੱਕ ਅਸੀਂ ਤੁਹਾਨੂੰ 11 ਤਸਵੀਰਾਂ ਦਿਖਾ ਚੁੱਕੇ ਹਾਂ, 14 ਟੋਟਲ ਤਸਵੀਰਾਂ ਨੇ। ਤਾਂ ਜੋ ਪਹਿਲਾਂ ਕਿਤਾਬਾਂ ਦੇਖਣ ਦੇ ਕੇਸ ਦੇ ਵਿੱਚ ਜੇਲ੍ਹ ਅੰਦਰ ਬੰਦ 3 ਸਿੰਘਾਂ ਦੇ ਵਿੱਚੋਂ ਕੁਝ ਨੂੰ ਜ਼ਮਾਨਤ ਮਿਲੀ ਸੀ ਕੁਝ ਸਾਲ ਬਾਅਦ। ਜੋ ਲਿਟਰੇਚਰ ਅਸੀਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਕਿ ਲਿਟਰੇਚਰ ਮਿਲਿਆ ਸੀ, ਇਸ ਤੋਂ ਬਾਅਦ ਹੀ ਉਹਨਾਂ ਨੂੰ ਕਾਬੂ ਕਰ ਲਿਆ ਗਿਆ। ਅਗਲੀ ਤਸਵੀਰ ਦਿਖਾਉਂਦੇ ਹਾਂ, 13ਵੀਂ ਤਸਵੀਰ ਦਿਖਾਉਣ ਜਾ ਰਹੇ ਹਾਂ ਮੈਂ ਤੁਹਾਨੂੰ। ਜ਼ਮਾਨਤ ਮਿਲੀ ਇਸ ਦਾ ਜ਼ਿਕਰ ਹੈ। ਤਾਂ ਅਗਲੀ ਤਸਵੀਰ ਦਿਖਾਉਣ ਜਾ ਰਹੇ ਹਾਂ, ਪੰਜਾਬ ਦੇ ਸਿੱਖ ਮੁੱਦਿਆਂ ਦੀ ਆਵਾਜ਼ ਚੁੱਕਣ ਵਾਲੇ। ਇਹ ਵੀ ਉਸ ਤਰੀਕੇ ਨਾਲ ਹੀ ਹੈ 8 ਮਹੀਨੇ ਬਾਅਦ। ਦਰਅਸਲ ਇਹਨਾਂ ਤਸਵੀਰਾਂ ਦੇ ਵਿੱਚ ਜਿਹੜੀਆਂ ਹੁਣ ਤਸਵੀਰਾਂ ਆ ਰਹੀਆਂ ਨੇ, ਇਸ ਦੇ ਵਿੱਚ ਇਹ ਇਸ਼ਾਰਾ ਨਜ਼ਰ ਆਉਂਦਾ ਹੈ ਕਿ ਗੱਲ ਕੀਤੀ ਜਾ ਰਹੀ ਹੈ ਕਿ ਕੁਝ ਲੋਕ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ, ਉਹਨਾਂ ਦੇ ਉੱਤੇ ਇਲਜ਼ਾਮ ਸੀ ਕਿ ਉਹ ਲਿਟਰੇਚਰ ਇਸ ਤਰੀਕੇ ਦਾ ਪੜ੍ਹ ਰਹੇ ਸੀ ਜਾਂ ਕੁਝ ਹੋਰ ਤਸਵੀਰਾਂ ਜਾਂ ਦਸਤਾਵੇਜ਼ ਜਾਂ ਕਿਤਾਬਾਂ ਮਿਲੀਆਂ, ਉਸ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। 14ਵੀਂ ਤਸਵੀਰ ਵੀ ਤੁਹਾਨੂੰ ਦਿਖਾਉਂਦੇ ਆ, ਜਿਹੜੀ ਇਹ ਪੂਰੀ ਇੱਕ ਤਰੀਕੇ ਨਾਲ ਫਾਈਲ ਬਣਾ ਕੇ ਰੱਖੀ ਗਈ ਸੀ। ਤਾਂ ਉਸ ਦੇ ਵਿੱਚੋਂ ਇੱਕ ਤਸਵੀਰ ਇਹ ਵੀ ਹੈ ਜਿਸ ਦੇ ਵਿੱਚ ਬਿਆਨ ਸਿੰਘ ਦਾ ਜ਼ਿਕਰ ਹੈ। ਬਿਆਨ ਸਿੰਘੋਂ ਦੇ ਸ਼ਰਧਾਂਜਲੀ ਸਮਾਗਮ ਤੇ ਰਾਗੀ ਜੱਥਾ ਯੂਪੀ ਦਾ ਜ਼ਿਕਰ ਹੈ, ਕੋਈ ਘਟਨਾ ਯੂਪੀ ਦੀ ਹੈ। ਉਸ ਤੋਂ ਉੱਪਰ ਵੀ ਜੈਨੀ ਜੌਹਲ ਦਾ ਜ਼ਿਕਰ ਹੈ, ਉਹ ਵੀ ਹੈ। ਤਾਂ ਬਿਆਨ ਸਿੰਘ ਦੇ ਨੂੰ ਲੈ ਕੇ ਵੀ ਸਿੱਖ ਭਾਈਚਾਰੇ ਦੇ ਬਹੁਤ ਸਾਰੇ ਲੋਕ ਸਵਾਲ ਚੁੱਕਦੇ ਨੇ ਕਿ ਬਿਆਨ ਸਿੰਘ ਜਦੋਂ ਮੁੱਖ ਮੰਤਰੀ ਸੀ ਤਾਂ ਬਹੁਤ ਸਾਰੇ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ। ਇਲਜ਼ਾਮ ਲੱਗਦੇ ਰਹੇ ਨੇ। ਤਾਂ ਅਸੀਂ ਹੋਰ ਕੋਸ਼ਿਸ਼ ਕਰਦੇ ਹਾਂ ਗੱਲਬਾਤ ਕਰਨ ਦੀ, ਸਿੱਧਾ ਰੁਖ ਕਰਦੇ ਹਾਂ। ਸਾਡੇ ਸਹਿਯੋਗੀ ਇਸ ਸਮੇਂ ਰਾਜੀਵ ਸ਼ਰਮਾ ਸਾਡੇ ਨਾਲ ਜੁੜ ਰਹੇ ਨੇ। ਰਾਜੀਵ, ਦਸਤਾਵੇਜ਼ਾਂ ਦਾ ਅਸੀਂ ਜ਼ਿਕਰ ਕਰ ਰਹੇ ਸੀ ਪਰ ਇਸ ਸਭ ਦੇ ਵਿਚਾਲੇ ਫੋਰੈਂਸਿਕ ਟੀਮ ਵੀ ਉੱਥੇ ਪਹੁੰਚੀ ਹੋਈ ਸੀ। ਕੀ ਕੁਝ ਤੁਹਾਡੇ ਕੋਲ ਜਾਣਕਾਰੀ, ਫੋਰੈਂਸਿਕ ਟੀਮ ਉੱਥੇ ਪਹੁੰਚੀ, ਕੌਣ-ਕੌਣ ਸੀ, ਕਿਹੜੇ ਅਧਿਕਾਰੀ ਉੱਥੇ ਪਹੁੰਚੇ? ਜੀ ਹਾਂ, ਬਿਲਕੁਲ। ਪੰਜਾਬ ਪੁਲਿਸ ਦੀ ਜਿਹੜੀ ਫੋਰੈਂਸਿਕ ਟੀਮ ਹੈ ਉਹ ਸ਼ਾਮ ਵੇਲੇ ਜਿਸ ਜਗ੍ਹਾ ਤੇ ਪੂਰੀ ਘਟਨਾ ਵਾਪਰੀ ਉਸ ਵੇਲੇ ਪਹੁੰਚੀ ਸੀ। ਉਹਨਾਂ ਵੱਲੋਂ ਪੂਰੀ ਜੋ ਚੀਜ਼ਾਂ ਸੀ ਨਿਸ਼ਾਨਦੇਹੀ ਕੀਤੀ ਗਈ ਔਰ ਜਿਸ ਸ਼ਖਸ ਵੱਲੋਂ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਦੇ ਜਿਹੜੇ ਸ਼ੂਜ਼ ਨੇ ਉਹ ਵੀ ਉੱਥੇ ਪਏ ਹੋਏ ਨਜ਼ਰ ਆਏ, ਕਿਉਂਕਿ ਉਸ ਵੇਲੇ ਅਫਰਾ ਤਫਰੀ ਮਚ ਚੁੱਕੀ ਸੀ ਔਰ ਉਸ ਨੂੰ ਤੁਰੰਤ ਪੁਲਿਸ ਨੇ ਜਦੋਂ ਕਾਬੂ ਕੀਤਾ ਤਾਂ ਬਿਲਕੁਲ ਪਿੱਛੇ ਜਿਹੜਾ ਘਰ ਹੈ ਉਸ ਦੇ ਅੰਦਰ ਪੁਲਿਸ ਵੱਲੋਂ ਲਿਜਾਇਆ ਗਿਆ ਔਰ ਉਸ ਤੋਂ ਬਾਅਦ ਜਿਹੜੀ CCTV ਫੁਟੇਜ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਪੁਲਿਸ ਉਸ ਨੂੰ ਹਿਰਾਸਤ ਦੇ ਵਿੱਚ ਲੈ ਕੇ ਜਾ ਰਹੀ ਹੈ। ਹਾਲਾਂਕਿ ਬਾਅਦ ਦੇ ਵਿੱਚ DGP ਨੇ ਇਹ ਸਪਸ਼ਟ ਕੀਤਾ ਕਿ ਧਾਰਾ 302 ਦੇ ਤਹਿਤ ਥਾਣਾ ਸਦਰ ਦੇ ਵਿੱਚ ਜੋ ਹੈ ਕੇਸ ਦਰਜ ਕਰ ਲਿਆ ਗਿਆ। ਤਾਂ ਇਹ ਉਹ ਜਗ੍ਹਾ ਹੈ ਜਿਹੜੀ ਦੁਕਾਨ ਦੇ ਬਾਹਰ ਗੱਡੀ ਖੜੀ ਨਜ਼ਰ ਆ ਰਹੀ ਸੀ, ਕੁਝ ਕੱਚ ਖਿਲਰਿਆ ਹੋਇਆ ਨਜ਼ਰ ਆ ਰਿਹਾ, ਕਿਉਂਕਿ
ਉਸ ਗੱਡੀ ਦੇ ਜਿਹੜੇ ਸ਼ੀਸ਼ੇ ਨੇ ਉਹ ਉਹਨਾਂ ਲੋਕਾਂ ਵੱਲੋਂ ਤੋੜ ਦਿੱਤੇ ਗਏ ਜੋ ਕਿ ਸੁਧੀਰ ਸੂਰੀ ਦੇ ਸਮਰਥਨ ਦੇ ਵਿੱਚ ਇੱਥੇ ਪਹੁੰਚੇ ਹੋਏ ਸੀ ਔਰ ਉਹਨਾਂ ਵੱਲੋਂ ਵਿਰੋਧ ਜ਼ਾਹਿਰ ਕੀਤਾ ਗਿਆ ਕਿ ਜੋ ਕਿਸ ਤਰੀਕੇ ਦੇ ਨਾਲ ਸੁਧੀਰ ਸੂਰੀ ਦਾ ਕਤਲ ਕਰ ਦਿੱਤਾ ਜਾਂਦਾ ਹੈ। ਔਰ ਇੱਕ ਜਿਹੜੀ ਖਾਸ ਚੀਜ਼ ਉਸ ਵੇਲੇ ਸਾਹਮਣੇ ਆਈ ਜਦੋਂ ਇੱਥੇ ਜਿਹੜੀ ਸਵਿਫਟ ਗੱਡੀ ਖੜੀ ਸੀ ਉਸ ਦੇ ਅੰਦਰ ਇੱਕ ਫਾਈਲ ਇੱਕ ਫੋਲਡਰ ਸੀ, ਉਸ ਦੇ ਵਿੱਚੋਂ ਜਿਹੜੇ ਕਾਗਜ਼ਾਤ ਮਿਲੇ ਜਿਨ੍ਹਾਂ ਦੇ ਉੱਪਰ ਕਈ ਐਸੇ ਆਗੂਆਂ ਦੀਆਂ ਤਸਵੀਰਾਂ ਸੀ ਜਿਸ ਤੋਂ ਇਹ ਸਪਸ਼ਟ ਹੋ ਰਿਹਾ ਸੀ ਕਿ ਸ਼ਾਇਦ ਕਿਉਂਕਿ ਜਦੋਂ ਅਸੀਂ ਕਿਸੇ ਦੀ ਵਿਚਾਰਧਾਰਾ ਬਾਰੇ ਜਾਣਨਾ ਹੋਵੇ ਤਾਂ ਉਸ ਦੀ ਜਿਹੜੀ ਰੁਚੀ ਹੈ ਉਸ ਤੋਂ ਇਹ ਚੀਜ਼ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਤਾਂ ਉਸ ਦਾ ਕੀ ਇੰਟਰਸਟ ਸੀ ਕਿ ਹਰ ਇੱਕ ਜਿਹੜੀ ਕਟਿੰਗ ਹੈ ਉਸ ਵੱਲੋਂ ਸੰਭਾਲ ਕੇ ਆਪਣੇ ਨਾਲ ਉਸ ਗੱਡੀ ਦੇ ਵਿੱਚ ਰੱਖੀ ਗਈ ਸੀ। ਤਾਂ ਉਹ ਵੀ ਕੁਝ ਮੀਡੀਆ ਦੇ ਜਿਹੜੇ ਸਾਥੀ ਨੇ ਉਹਨਾਂ ਦੀ ਜਦੋਂ ਉਸ ਫੋਲਡਰ ਦੇ ਉੱਪਰ ਨਜ਼ਰ ਜਾਂਦੀ ਹੈ ਤਾਂ ਉਹਨਾਂ ਕਾਗਜ਼ਾਂ ਨੂੰ ਕੱਢ ਕੇ ਜਦੋਂ ਦੇਖਿਆ ਜਾਂਦਾ ਤਾਂ ਬਹੁਤ ਸਾਰੇ ਐਸੇ ਪੰਜਾਬ ਦੇ ਆਗੂ ਨੇ ਜਿਨ੍ਹਾਂ ਦੇ ਵਿੱਚ ਕਈ ਮਹਿਲਾ ਆਗੂ ਨੇ ਔਰ ਉਹਨਾਂ ਦੀਆਂ ਤਸਵੀਰਾਂ ਵੀ ਸੀ, ਉਹਨਾਂ ਦੇ ਉੱਪਰ ਵੀ ਕ੍ਰਾਸ ਦੇ ਨਿਸ਼ਾਨ ਬਣਾਏ ਗਏ ਸਨ। ਇਸ ਵੇਲੇ ਉਸ ਮੌਕੇ ਤੇ ਅਸੀਂ ਮੌਜੂਦ ਆ, ਤੁਸੀਂ ਦੇਖੋ ਕਿ ਪੁਲਿਸ ਵੱਲੋਂ ਬੈਰੀਕੇਡਿੰਗ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਔਰ ਇਸ ਇਲਾਕੇ ਨੂੰ ਕਾਰਡਨ ਆਫ ਇਸ ਲਈ ਕੀਤਾ ਗਿਆ ਕਿ ਕੋਈ ਵੀ ਇੱਧਰ ਵਾਲੇ ਪਾਸੇ ਨਾ ਪਹੁੰਚੇ। ਤੁਸੀਂ ਦੇਖੋ ਕਿ ਆਮ ਜਿਹੜੀ ਆਵਾਜਾਈ ਹੈ ਉਹ ਇਸ ਬੈਰੀਕੇਡ ਦੇ ਦੂਸਰੇ ਪਾਸੇ ਜ਼ਰੂਰ ਨਜ਼ਰ ਆ ਰਹੀ ਹੈ, ਪਰ ਹੁਣ ਅਸੀਂ ਉਸ ਸਪੌਟ ਦੀ ਇੱਕ ਵਾਰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿੱਥੇ ਇਹ ਪੂਰਾ ਘਟਨਾਕ੍ਰਮ ਵਾਪਰਿਆ ਸੀ, ਜਿੱਥੇ ਸੁਧੀਰ ਸੂਰੀ ਆਪਣੇ ਕੁਝ ਸਾਥੀਆਂ ਦੇ ਨਾਲ ਧਰਨੇ ਤੇ ਬੈਠੇ ਹੋਏ ਸਨ ਔਰ ਉੱਥੇ ਹੀ ਇਸ ਦੁਕਾਨ ਤੋਂ ਉਹ ਜਿਹੜਾ ਸ਼ਖਸ ਹੈ ਸੰਦੀਪ ਸਿੰਘ ਸੰਨੀ ਉਸ ਥਾਂ ਵਾਲੇ ਪਾਸੇ ਪਹੁੰਚਦਾ ਹੈ ਔਰ ਉੱਥੇ ਜਾ ਕੇ ਉਸ ਵੱਲੋਂ ਸੁਧੀਰ ਸੂਰੀ ਦੇ ਉੱਪਰ ਫਾਇਰਿੰਗ ਕਰ ਦਿੱਤੀ ਜਾਂਦੀ ਹੈ। ਤਾਂ ਇਸ ਵੇਲੇ ਦੀ ਤਸਵੀਰ ਕੁਝ ਵੱਖਰੀ ਹੈ ਕਿਉਂਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਕੁਝ ਦੇਰ ਬਾਅਦ ਇੱਥੇ 9:30 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਕਿ ਉਹ ਇੱਥੇ ਪਹੁੰਚ ਰਹੇ ਨੇ। ਤਾਂ ਇਹੀ ਉਹ ਸਪਾਟ ਹੈ ਜਿੱਥੇ ਪੂਰਾ ਘਟਨਾਕ੍ਰਮ ਵਾਪਰਿਆ ਔਰ ਕਿਸ ਗੱਲ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਸੀ ਉਹ ਵੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਇਸ ਮੰਦਿਰ ਦੇ ਬਿਲਕੁਲ ਨਾਲ ਇਹ ਜੋ ਢੇਰ ਨਜ਼ਰ ਆ ਰਿਹਾ ਇਸ ਨੂੰ ਲੈ ਕੇ ਕਿਤਨਾ ਕਿਤੇ ਨਾਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਸੀ। ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਦਾ ਮੈਂ ਜ਼ਿਕਰ ਕਰ ਰਿਹਾ ਸੀ ਕਿ ਜਿਹੜੀ ਫੋਰੈਂਸਿਕ ਟੀਮ ਇੱਥੇ ਪਹੁੰਚੀ ਸੀ ਉਸ ਵੱਲੋਂ ਇੱਥੇ ਜਿਹੜੀ ਨਿਸ਼ਾਨਦੇਹੀ ਕੀਤੀ ਗਈ ਹੈ ਕਿ ਜਿੱਥੇ ਜਿੱਥੇ ਗੋਲੀਆਂ ਲੱਗੀਆਂ 3 ਫਾਇਰ ਜਿਹੜੇ ਬੁਲਟ ਫਾਇਰ ਜਿਹੜੇ ਕਿ ਸੁਧੀਰ ਸੂਰੀ ਨੂੰ ਲੱਗੇ ਸੀ ਉਹਨਾਂ ਦੀ ਇੱਥੇ ਨਿਸ਼ਾਨਦੇਹੀ। ਤਾਂ ਇਹ ਅਸੀਂ ਕਹਿ ਸਕਦੇ ਕਿ ਇਹਦੇ ਵਿੱਚ ਗੋਲੀਆਂ ਬਾਰੇ ਤਾਂ ਨਹੀਂ ਜ਼ਿਕਰ ਕੀਤਾ ਗਿਆ ਪਰ ਜਿਹੜੇ ਸਬੂਤ ਜਾਂ ਜਿਹੜੀਆਂ ਚੀਜ਼ਾਂ ਪੁਲਿਸ ਵੱਲੋਂ ਕਬਜ਼ੇ ਦੇ ਵਿੱਚ ਲਈਆਂ ਗਈਆਂ ਨੇ ਉਸ ਦਾ ਇਸ ਤੇ ਇੱਕ ਨਿਸ਼ਾਨਦੇਹੀ ਕਰਕੇ ਰਿਕਾਰਡ ਪੁਲਿਸ ਦੇ ਵੱਲੋਂ ਕਬਜ਼ੇ ਦੇ ਵਿੱਚ ਰੱਖਿਆ ਜਾਂਦਾ ਔਰ ਪਿੱਛੇ ਜੋ ਗੇਟ ਨਜ਼ਰ ਆ ਰਿਹਾ ਇਸੇ ਦੇ ਅੰਦਰ ਹੀ ਜੋ ਹੈ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਸ਼ਖਸ ਨੇ ਗੋਲੀ ਚਲਾਉਣ ਤੋਂ ਬਾਅਦ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਉਸ ਨੂੰ ਕਾਬੂ ਕਰਕੇ ਇਸੇ ਘਰ ਦੇ ਵਿੱਚ ਲਿਜਾਇਆ ਗਿਆ ਸੀ ਔਰ ਉਸ ਤੋਂ ਬਾਅਦ ਇੱਥੇ ਥਾਂ ਤੇ ਹੀ ਜਿਹੜੇ ਉਹਨਾਂ ਦੇ ਸਾਥੀ ਨੇ ਕੁਝ ਉਹ ਬੈਠ ਕੇ ਪ੍ਰਦਰਸ਼ਨ ਕਰਦੇ ਨੇ ਔਰ ਇਨਸਾਫ ਦੀ ਮੰਗ ਕਰਦੇ ਨੇ। ਔਰ ਦੂਸਰੇ ਪਾਸੇ ਤੁਸੀਂ ਦੇਖੋ ਕਿ ਇਹ ਜੋ ਮੰਦਿਰ ਹੈ ਗੋਪਾਲ ਮੰਦਿਰ ਜਿਸ ਦਾ ਜ਼ਿਕਰ ਲਗਾਤਾਰ ਦੁਪਹਿਰ ਤੋਂ ਕੀਤਾ ਜਾ ਰਿਹਾ ਔਰ ਇਸੇ ਮੰਦਿਰ ਦੇ ਵਿੱਚ ਉਹ ਪਹੁੰਚੇ ਹੋਏ ਸੀ ਔਰ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਮੰਦਿਰ ਕਮੇਟੀ ਤਾਂ ਬਿਲਕੁਲ ਇਸ ਤਰੀਕੇ ਦੀ ਤਸਵੀਰ ਇਸ ਵੇਲੇ ਔਰ ਡੀਜੀਪੀ ਜਦੋਂ ਪਹੁੰਚਣਗੇ ਉਹ ਜਿਹੜੇ ਸੰਬੰਧਿਤ ਅਧਿਕਾਰੀ ਨੇ ਚਾਹੇ ਉਹ ਪੁਲਿਸ ਕਮਿਸ਼ਨਰ ਨੇ ਇਲਾਕੇ ਦੇ ਏਸੀਪੀ ਏਡੀਸੀਪੀ ਸਾਰਿਆਂ ਦੇ ਨਾਲ ਗੱਲਬਾਤ ਕਰਕੇ ਇੱਕ ਇੱਥੋਂ ਦੀ ਜਿਹੜੀ ਤਸਵੀਰ ਹੈ ਉਸ ਦੀ ਜਾਣਕਾਰੀ ਹਾਸਲ ਕਰਨਗੇ। ਉਸ ਤੋਂ ਬਾਅਦ ਮੀਡੀਆ ਦੇ ਨਾਲ ਵੀ ਹੋ ਸਕਦਾ ਕੋਈ ਗੱਲਬਾਤ। ਠੀਕ ਹੈ ਰਾਜੀਵ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਇਸ ਪੂਰੀ ਗੱਲਬਾਤ ਦੇ ਲਈ ਲਾਜ਼ਮੀ ਤੌਰ ਤੇ ਇਸ ਸਮੇਂ ਨਜ਼ਰ ਹੈ ਕਿ ਪੰਜਾਬ ਪੁਲਿਸ ਦੀ ਜਾਂਚ ਕਿਹੜੇ ਵਾਲੇ ਪਾਸੇ ਜਾਂਦੀ ਹੈ ਕਿ ਵਾਕਈ ਇਹ ਇੱਕ ਅਜਿਹਾ ਮਾਮਲਾ ਹੈ ਕਿ ਦੋ ਧਿਰਾਂ ਦੀ ਝੜਪ ਸੀ ਤੇ ਇਸ ਵਿਚਾਲੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਾਂ ਫਿਰ ਇਸ ਦੇ ਪਿੱਛੇ ਕੋਈ ਬਹੁਤ ਵੱਡੀ ਪਲੈਨਿੰਗ ਕੀਤੀ ਜਾ ਰਹੀ ਸੀ, ਕੋਈ ਬਹੁਤ ਵੱਡੀ ਸਾਜ਼ਿਸ਼ ਘੜੀ ਗਈ ਸੀ ਕਿ ਪਹਿਲਾਂ ਤੋਂ ਰੇਕੀ ਕੀਤੀ ਗਈ ਜਾਂ ਫਿਰ ਉਸ ਦਾ ਪਿੱਛਾ ਕੀਤਾ ਜਾ ਰਿਹਾ ਸੀ ਸੁਧੀਰ ਸੂਰੀ ਦਾ ਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ। ਫਿਲਹਾਲ ਦੇ ਲਈ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ ਰਾਜੀਵ ਤੁਹਾਡਾ। ਔਰ ਅਸੀਂ ਰੁਕ ਰਹੇ ਇੱਕ ਬਹੁਤ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਵੀ ਇਸ ਵੱਡੀ ਖਬਰ ਦੇ ਉੱਤੇ ਤੇ ਹੋਰ ਪੰਜਾਬ ਭਰ ਦੀਆਂ ਖਬਰਾਂ ਦੇ ਉੱਤੇ ਲਗਾਤਾਰ ਬਣੇ ਹੋਏ ਹਾਂ। ਫਿਲਹਾਲ ਰੁਕ ਰਹੇ ਹਾਂ ਇੱਕ ਬਹੁਤ ਛੋਟੇ ਜਿਹੇ ਬ੍ਰੇਕ ਦੇ ਲਈ।